ਜਿਹੜੇ ਕੁਝ ਵਿਅਕਤੀ ਜ਼ਿਆਦਾ ਐਡਿਕਟ ਹੋ ਜਾਂਦੇ ਨੇ, ਜਿਨ੍ਹਾਂ ਹਾਂਜੀ। ਨੂੰ ਬਹੁਤ ਜ਼ਿਆਦਾ ਸ਼ਰਾਬ ਦੀ ਲੱਤ ਲੱਗ ਜਾਂਦੀ ਆ, ਕੀ ਇਹ ਗੱਲ ਸਹੀ ਹੈ ਜੀ ਵੀ ਉਹਨਾਂ ਦੇ ਵਿੱਚ ਕੋਈ ਸਪੈਸੀਫਿਕ ਜੀਨਸ ਅਜਿਹੇ ਹੁੰਦੇ ਨੇ, ਇਹ ਜੈਨੇਟਿਕਸ ਦਾ ਰੋਲ ਰਹਿੰਦਾ ਕਿ ਕੁਝ ਲੋਕਾਂ ਦਾ ਐਡਿਕਸ਼ਨ ਦਾ ਪੱਧਰ ਕਿਤੇ ਜ਼ਿਆਦਾ ਹੁੰਦਾ ਐਜ਼ ਕੰਪੇਅਰ ਟੂ ਅਦਰਸ? ਸੋ ਕਿਹਾ ਜਾਂਦਾ ਕਿ ਜੇ ਤੁਹਾਡਾ ਕੋਈ ਵੀ ਕਲੋਜ਼ ਰਿਲੇਟਿਵ, ਜੀ। ਪੇਰੈਂਟ ਸਪੈਸ਼ਲੀ ਜਾਂ ਗ੍ਰੈਂਡ ਪੇਰੈਂਟ, ਹੂੰ। ਉਹ ਐਡਿਕਟਿਵ ਹੋਵੇ ਹਾਂਜੀ। ਤੇ ਉਸ ਇਨਸਾਨ ਦੇ ਅੱਗੇ ਸ਼ਰਾਬ ਦੀ ਐਡਿਕਸ਼ਨ ਦੇ ਚਾਂਸਸ ਤੇ ਰਿਸਕ ਬਹੁਤ ਜ਼ਿਆਦਾ ਵੱਧ ਜਾਂਦਾ। ਐਲਕੋਹਲ ਦਾ ਹਾਰਮੋਨਸ ਦੇ ਉੱਪਰ ਕੀ ਅਸਰ ਪੈਂਦਾ ਜੀ? ਨਰਵਸ ਸਿਸਟਮ ਤੇ ਇਹਦਾ ਬ੍ਰੇਨ ਤੇ ਬੜਾ ਅਸਰ ਆ। ਹੂੰ, ਹੂੰ, ਜਿਵੇਂ ਆਪਾਂ ਗੱਲ ਕੀਤੀ ਸੀ ਜਿਹੜੀ ਤਾਂ ਹੈਵੀ ਡਰਿੰਕਿੰਗ ਆ, ਹੂੰ, ਹੂੰ, ਤੇ ਹੈਵੀ ਡਰਿੰਕਿੰਗ ਨੂੰ ਕਿਹਾ ਜਾਂਦਾ 12 ਡਰਿੰਕਸ ਅ ਵੀਕ। ਐਨੀਮਲਸ ਆ, ਹੂੰ। ਉਹਨਾਂ ਬਾਰੇ ਕਿਹਾ ਜਾਂਦਾ ਫਿਊਚਰ ਬਾਰੇ ਨਹੀਂ ਸੋਚ ਸਕਦੇ, ਰਾਈਟ। ਪਰ ਇਨਸਾਨ 'ਚ ਇਹ ਖੂਬੀ ਹੈ ਕਿ ਅਸੀਂ ਹੂੰ, ਫਿਊਚਰ ਬਾਰੇ ਸੋਚ ਸਕਦੇ ਹਾਂ। ਹੂੰ। ਤੇ ਐਲਕੋਹਲ ਉਹ ਖੂਬੀ ਦੂਰ ਲੈ ਕੇ ਜਾਂਦੀ ਹੈ। ਹੈਂਗਓਵਰ ਕਿਉਂ ਹੁੰਦਾ ਜੀ? ਸਰੀਰ 'ਚੋਂ ਜਦੋਂ ਡੀਹਾਈਡਰੇਸ਼ਨ ਹੋ ਜਾਏ ਤੇ ਸਾਰਾ ਤਾਲਮੇਲ ਖਰਾਬ ਹੋ ਜਾਂਦਾ। ਜੀ। ਅਕਸਰ ਪਾਰਟੀਜ਼ ਤੇ, ਸਪੈਸ਼ਲੀ ਵੀਕਐਂਡ ਪਾਰਟੀਜ਼ ਤੇ, ਉਹ ਕਹਿੰਦੇ ਸਵੇਰੇ ਉੱਠ ਕੇ ਮੈਂ ਫਿਰ ਡਰਿੰਕ ਕਰ ਲੈਂਦਾ, ਹਾਂਜੀ, ਹਾਂਜੀ, ਉਹਦੇ ਹਾਂਜੀ। ਨਾਲ ਮੇਰਾ ਹੈਂਗਓਵਰ ਠੀਕ ਹੋ ਜਾਂਦਾ। ਹਾਂ। ਦੈਟ ਇਜ਼ ਵਨ ਆਫ ਦਾ ਵਰਸਟ ਥਿੰਗਸ। ਜਦੋਂ ਸਲੀਪ ਠੀਕ ਨਾ ਹੋਵੇ ਤੇ ਬ੍ਰੇਨ ਤੇ ਬਾਡੀ ਦੋਨੋਂ ਹੀ ਤਰੋਤਾਜ਼ਾ ਨਹੀਂ ਹੋਣਗੇ, ਹੂੰ। ਉਹ ਇੱਕ ਹੈਂਗਓਵਰ ਦਾ ਵੱਡਾ ਰੀਜ਼ਨ ਆ। ਜਿਹੜੀ ਮਦਹੋਸ਼ੀ ਜਾਂ ਬੇਹੋਸ਼ੀ ਹੈ ਨਾ, ਜੀ। ਉਹ ਨੀਂਦ ਨਹੀਂ ਹੈ। ਜੇ ਕੋਈ ਕੁਇਟ ਕਰਨਾ ਚਾਹੁੰਦਾ ਹੋਵੇ, ਹਾਂਜੀ। ਤਾਂ ਉਹਨਾਂ ਨੂੰ ਕਿਹੜੀਆਂ ਸਟ੍ਰੈਟਜੀਜ਼ ਇਖਤਿਆਰ ਕਰਨੀਆਂ ਚਾਹੀਦੀਆਂ ਨੇ ਜੇ ਕੋਈ ਸ਼ਰਾਬ ਛੱਡਣੀ ਚਾਹੁੰਦਾ? ਬੜੇ ਲੋਕ ਨੇ ਜਿਹੜੇ ਕੁਇਟ ਕਰਨਾ ਚਾਹੁੰਦੇ ਆ, ਹੂੰ। ਪਰ ਖਾਸ ਕਰ ਆਪਣੀ ਕਮਿਊਨਿਟੀ ਦੇ ਵਿੱਚ ਜੀ। ਉਹਨਾਂ ਕੋਲ ਸਪੋਰਟ ਸਿਸਟਮ ਨਹੀਂ ਹੁੰਦੇ। ਹੂੰ, ਘਰਾਂ ਦੇ ਮਾਹੌਲ, ਹੂੰ, ਦੋਸਤਾਂ ਦਾ ਮਾਹੌਲ, ਕੰਮ ਦਾ ਮਾਹੌਲ ਹੂੰ। ਇਸ ਤਰ੍ਹਾਂ ਦਾ ਹੁੰਦਾ ਕਿ ਉਹਨਾਂ ਨੂੰ ਲੱਗਦਾ ਮੇਰੀ ਸੁਸਾਇਟੀ ਟੁੱਟ ਜਾਣੀ ਸਾਰੀ। ਡਾਕਟਰ ਸਾਹਿਬ, ਪਿਛਲੀ ਵਾਰ ਜਦੋਂ ਅਸੀਂ ਗੱਲ ਕਰ ਰਹੇ ਸੀ ਤੇ ਉਦੋਂ ਐਲਕੋਹਲ ਐਡਿਕਸ਼ਨ ਬਾਰੇ ਕੁਝ ਜਿਹੜੇ ਪਹਿਲੂ ਸੀ ਜਾਂ ਕੁਝ ਜਿਹੜੇ ਉਹਦੇ ਪੁਆਇੰਟ ਸੀ, ਤੁਸੀਂ ਹਰ ਵਾਰ ਦੀ ਤਰ੍ਹਾਂ ਬੜੀ ਵਧੀਆ ਗੱਲ ਸਾਂਝੀ ਕੀਤੀ ਸੀ। ਅੱਜ ਉੱਥੋਂ ਹੀ ਅੱਗੇ ਜੇ ਕੰਟੀਨਿਊ ਕਰੀਏ ਕਨਵਰਸੇਸ਼ਨ, ਜਿਹੜੇ ਕੁਝ ਵਿਅਕਤੀ ਜ਼ਿਆਦਾ ਐਡਿਕਟ ਹੋ ਜਾਂਦੇ ਨੇ, ਜਿਨ੍ਹਾਂ ਹਾਂਜੀ। ਨੂੰ ਬਹੁਤ ਜ਼ਿਆਦਾ ਸ਼ਰਾਬ ਦੀ ਲੱਤ ਲੱਗ ਜਾਂਦੀ ਆ, ਕੀ ਇਹ ਗੱਲ ਸਹੀ ਹੈ ਜੀ ਵੀ ਉਹਨਾਂ ਦੇ ਵਿੱਚ ਕੋਈ ਸਪੈਸੀਫਿਕ ਜੀਨਸ ਅਜਿਹੇ ਹੁੰਦੇ ਨੇ, ਇਹ ਜੈਨੇਟਿਕਸ ਦਾ ਰੋਲ ਰਹਿੰਦਾ ਕਿ ਕੁਝ ਲੋਕਾਂ ਦਾ ਐਡਿਕਸ਼ਨ ਦਾ ਪੱਧਰ ਕਿਤੇ ਜ਼ਿਆਦਾ ਹੁੰਦਾ ਐਜ਼ ਕੰਪੇਅਰ ਟੂ ਅਦਰਸ? ਹਾਂਜੀ, ਵਿਜੇ ਕੋਈ ਖੋਜ 'ਚ ਪਾਇਆ ਗਿਆ ਕਿ ਕੋਈ ਇੱਕ ਜੀਨ ਨਹੀਂ ਹੈਗਾ। ਹੂੰ, ਹੂੰ, ਜੈਨੇਟਿਕਸ ਇੰਪੋਰਟੈਂਟ ਹੈ। ਹੂੰ, ਹੂੰ। ਕਿਸੇ ਦਾ ਸਰੀਰ ਸ਼ਰਾਬ ਨੂੰ ਰਿਸਪੌਂਡ ਕਿਵੇਂ ਕਰਦਾ, ਜੀ। ਉਹਨਾਂ ਦੇ ਲਿਵਰ 'ਚ ਐਨਜ਼ਾਈਮਸ ਕਿੰਨੇ ਨੇ, ਕਿਹੋ ਜਿਹੇ ਨੇ, ਕਿੰਨਾ ਵਧੀਆ ਕੰਮ ਕਰਦੇ ਨੇ, ਉਹ ਸ਼ਰਾਬ ਦਾ ਅਸਰ ਕਿਸ ਤਰ੍ਹਾਂ ਦਾ ਹੋਊਗਾ ਉਸ ਲਈ ਇੰਪੋਰਟੈਂਟ ਹੈ। ਹੂੰ, ਪਰ ਐਡਿਕਸ਼ਨ ਲਈ ਕੋਈ ਇੱਕ ਸਪੈਸੀਫਿਕ ਜੀਨ ਨਹੀਂ ਹੈ। ਹੂੰ। ਹਾਂ, ਜਿਹੜਾ ਐਪੀਜੈਨੇਟਿਕਸ ਆ, ਹਾਂਜੀ। ਜੋ ਜੀਨਸ ਦਾ ਮਾਹੌਲ ਆ, ਜੋ ਵਾਤਾਵਰਨ ਆ, ਉਹ ਹੂੰ, ਬਹੁਤ ਇੰਪੋਰਟੈਂਟ ਹੈ। ਹੂੰ। ਸੋ ਕਿਹਾ ਜਾਂਦਾ ਕਿ ਜੇ ਤੁਹਾਡਾ ਕੋਈ ਵੀ ਕਲੋਜ਼ ਰਿਲੇਟਿਵ, ਜੀ। ਪੇਰੈਂਟ ਸਪੈਸ਼ਲੀ ਜਾਂ ਗ੍ਰੈਂਡ ਪੇਰੈਂਟ, ਹੂੰ। ਉਹ ਐਡਿਕਟਿਵ ਹੋਵੇ ਹਾਂਜੀ। ਤੇ ਉਸ ਇਨਸਾਨ ਦੇ ਅੱਗੇ ਸ਼ਰਾਬ ਦੀ ਐਡਿਕਸ਼ਨ ਦੇ ਚਾਂਸਸ ਤੇ ਰਿਸਕ ਬਹੁਤ ਜ਼ਿਆਦਾ ਵੱਧ ਜਾਂਦਾ। ਹੂੰ, ਹੂੰ। ਇਹਦੇ 'ਚ ਇੰਟਰਸਟਿੰਗ ਚੀਜ਼ ਇਹ ਹੈ ਵਿਜੇ ਕਿ ਜੇ ਤੁਸੀਂ ਉਹਦੇ ਨਾਲ ਨਹੀਂ ਰਹਿੰਦੇ, ਅੱਛਾ ਕਈ ਜੀ। ਬੱਚੇ ਨੇ ਜੀ। ਉਹ ਕਈ ਕਾਰਨਵਸ਼ ਆਪਣੇ ਮਾਂ-ਪਿਓ ਦੇ ਨਾਲ ਨਹੀਂ ਰਹਿੰਦੇ, ਹੂੰ, ਜਾਂ ਉਹ ਗ੍ਰੈਂਡ ਪੇਰੈਂਟਸ ਉਹਨਾਂ ਦੇ ਨਾਲ ਨਹੀਂ ਰਹਿੰਦੇ, ਹੂੰ, ਪਰ ਜੇ ਉਹ ਐਡਿਕਟਡ ਸੀਗੇ, ਜੇ ਬੱਚਾ ਉਹਨਾਂ ਤੋਂ ਦੂਰ ਵੀ ਪਲ ਰਿਹਾ ਤਾਂ ਵੀ ਉਹਦਾ ਰਿਸਕ ਜ਼ਿਆਦਾ। ਹੂੰ। ਸੋ ਉੱਥੇ ਜੀਨਸ ਦੀ ਕੋਈ ਆਪਸ 'ਚ ਲਿੰਕ ਜ਼ਰੂਰ ਜਾਂਦਾ। ਜੀ। ਤੇ ਹੁਣ ਇਹ ਕਿਹਾ ਜਾਂਦਾ ਕਿ ਜੀਨਸ ਨਾਲੋਂ ਜਿਹੜਾ ਮਾਹੌਲ ਆ, ਹੂੰ। ਉਹ ਸੁਪਰ ਇੰਪੋਰਟੈਂਟ ਆ। ਜੀ। ਸੋ ਜਿਹੜਾ ਅਰਲੀ ਐਕਸੈਸ, ਜੇ ਹੂੰ। ਕਿਸੇ ਨੂੰ ਐਲਕੋਹਲ ਦੀ ਜਿਹੜੀ ਇੰਟਰੋਡਕਸ਼ਨ ਆ, ਹਾਂਜੀ। ਉਹ ਲੈਟਸ ਸੇ 13-14 ਸਾਲ ਦੀ ਉਮਰ ਬੜੀ ਛੋਟੀ ਹੁੰਦੀ ਹੈ। ਜੀ, ਪਰ ਜੀ। ਬੜੇ ਅਲਕੋਹਲਿਕਸ ਨੇ ਜਿਨ੍ਹਾਂ ਲਈ ਇਹ ਅੱਗੇ ਜਾ ਕੇ ਪ੍ਰੋਬਲਮ ਬਣਦੀ ਹੈ, ਜੋ ਕਹਿੰਦੇ ਵੀ ਮੈਂ ਇਸ ਉਮਰੇ ਪੀਣੀ ਸ਼ੁਰੂ ਕੀਤੀ ਸੀ। ਹੂੰ, ਸੋ ਬੜਾ ਸੁਚੇਤ ਹੋਣ ਦੀ ਲੋੜ ਹੁੰਦੀ ਕਿ ਅਸੀਂ ਬੱਚਿਆਂ ਨੂੰ ਆਲੇ ਦੁਆਲੇ ਉਹਨਾਂ ਨੂੰ ਦਿਖ ਕੀ ਰਿਹਾ। ਸੋ ਜਿੰਨੀ ਅਰਲੀ ਕੋਈ ਸਟਾਰਟ ਕਰੇ, ਉਹਦਾ ਹੂੰ। ਓਨਾ ਹੀ ਰਿਸਕ ਵੱਧ ਜਾਂਦਾ, ਜੀ। ਤੇ ਜਿੰਨੀ ਲੇਟ ਸ਼ੁਰੂ ਕਰੇ ਉਹਦਾ ਰਿਸਕ ਓਨਾ ਘਟ ਜਾਂਦਾ। ਡਾਕਟਰ ਸਾਹਿਬ, ਕਈ ਅਜਿਹੇ ਵੀ ਲੋਕ ਨੇ ਜਿਹੜੇ ਇਸ ਵੇਲੇ ਸੁਣ ਰਹੇ ਹੋਣਗੇ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਇੱਕ ਮੈਂਬਰ ਅਜਿਹਾ ਸੀ ਜਿਹੜੇ ਬਹੁਤ ਜ਼ਿਆਦਾ ਐਲਕੋਹਲ ਦੀ ਵਰਤੋਂ ਕਰਦੇ ਸੀ, ਹਾਂਜੀ। ਪਰ ਉਹ ਬੱਚਾ ਜਾਂ ਜਦੋਂ ਵੱਡੇ ਹੋਏ ਉਹ ਬਿਲਕੁਲ ਆਪੋਜ਼ਿਟ ਹੋ ਗਿਆ, ਜਿਹੜਾ ਜਿਹੜਾ ਉਸ ਮਾਹੌਲ ਦੇ ਵਿੱਚ ਪੈਦਾ ਹੋਇਆ ਵਿਅਕਤੀ ਸੀ ਜਾਂ ਹਾਂਜੀ। ਜਿਹਦੀ ਪਰਵਰਿਸ਼ ਹੋਈ, ਬਿਲਕੁਲ। ਉਹ ਆਪ ਐਜ਼ ਐਨ ਐਡਲਟ ਉਹ ਤੋਂ ਬਿਲਕੁਲ ਉਲਟ ਹੁੰਦਾ, ਉਹ ਤੋਂ ਪੋਲਸ ਆਪੋਜ਼ਿਟ ਹੁੰਦਾ। ਬਿਲਕੁਲ। ਕੀ ਉੱਥੇ ਫਿਰ ਵਿਲ ਪਾਵਰ ਹੀ ਰਹੀ ਕਿ ਉਹਨੇ ਦੇਖਿਆ ਕਿ ਜੋ ਆਹ ਸਥਿਤੀ ਬਣ ਗਈ ਹੈ, ਇਸ ਬੰਦੇ ਨੇ ਆਪਣਾ ਕਿੰਨਾ ਖਰਾਬਾ ਕਰ ਲਿਆ ਐਲਕੋਹਲ ਦੇ ਪਿੱਛੇ ਲੱਗ ਕੇ, ਮੈਂ ਅਜਿਹਾ ਨਹੀਂ ਕਰਨਾ, ਬਿਲਕੁਲ। ਕਿਉਂਕਿ ਜੈਨੇਟਿਕਸ ਵਾਲਾ ਜਿਹੜਾ ਕਨੈਕਸ਼ਨ ਆ ਉਹ ਤਾਂ ਉੱਥੇ ਸਿੱਧਾ ਬਣਦਾ ਪਿਆ। ਹਾਂਜੀ। ਪਰ ਫਿਰ ਕੀ ਹਾਂਜੀ। ਉਹ ਸਿਰਫ ਆਪਣੀ ਵਿਲ ਪਾਵਰ ਦੇ ਸਿਰ ਤੇ ਹੀ ਉਸ ਚੀਜ਼ ਤੋਂ ਬਚੇ ਰਹਿ ਗਏ? ਬਿਲਕੁਲ ਵਿਜੇ, ਮਾਹੌਲ। ਸੋ ਹਾਂ। ਉਹਨਾਂ ਨੇ ਕਈ ਵਾਰੀ ਉਸ ਬੱਚੇ ਨੇ ਦੇਖਿਆ ਹੁੰਦਾ ਹੈ ਕਿ ਇਹਦੇ ਨੁਕਸਾਨ ਕੀ ਨੇ। ਹੂੰ, ਉਹਨਾਂ ਨੂੰ ਆਪਣਾ ਬਚਪਨ ਇਸ ਕਰਕੇ ਚੰਗਾ ਨਹੀਂ ਲੱਗਦਾ ਕਿ ਉਸ ਹੂੰ, ਘਰ 'ਚ ਜਿੱਥੇ ਉਹ ਪਲੇ ਉੱਥੇ ਸ਼ਰਾਬ ਨੇ ਮਾਹੌਲ
ਇਸ ਤਰ੍ਹਾਂ ਦਾ ਬਣਾਤਾ ਸੀ ਤੇ ਹੂੰ ਉਸ ਤੋਂ ਦੂਰ ਰਹਿਣਾ ਚਾਹੁੰਦੇ ਹੋ। ਕਹਿੰਦੇ ਵੀ ਮੈਂ ਇਸ ਚੀਜ਼ ਤੋਂ ਜਿੰਨਾ ਦੂਰ ਰਹਿ ਸਕਦਾ ਓਨਾ ਦੂਰ ਰਹਾਂਗਾ। ਜੀ ਸੋ ਪ੍ਰੋਗਰਾਮਿੰਗ ਹੋ ਜਾਂਦੀ ਹੈ ਤੇ ਹੂੰ ਸਪੋਰਟ ਸਿਸਟਮ ਵੀ। ਹੂੰ ਅਕਸਰ ਜਿਹੜੇ ਇਸ ਤਰ੍ਹਾਂ ਦੇ ਬੱਚੇ ਨੇ ਉਹਨਾਂ ਦਾ ਸਪੋਰਟ ਸਿਸਟਮ 'ਚ ਕੋਈ ਨਾ ਕੋਈ ਇਨਸਾਨ, ਕੋਈ ਨਾ ਕੋਈ ਮਾਹੌਲ ਇਸ ਤਰ੍ਹਾਂ ਦਾ ਵੀ ਹੁੰਦਾ ਜਿਹੜਾ ਦਿਖਾ ਰਿਹਾ ਹੁੰਦਾ ਕਿ ਆਹ ਤਰੀਕਾ ਜੀਣ ਦਾ ਬਹੁਤਾ ਚੰਗਾ ਹੂੰ ਨਹੀਂ ਤੇ ਹੂੰ ਇਸ ਤੋਂ ਇਲਾਵਾ ਦੂਸਰੀ ਆਪਸ਼ਨ ਹੈ। ਜੀ ਪਰ ਜਿਸ ਪਰਿਵਾਰ 'ਚ ਕੋਈ ਦੂਸਰੀ ਆਪਸ਼ਨ ਦਾ ਪਤਾ ਹੀ ਨਾ ਲੱਗੇ, ਜਿਸ ਹੂੰ ਬੱਚੇ ਨੂੰ ਕੋਈ ਹੋਰ ਮਾਹੌਲ ਮਿਲੇ ਨਾ, ਜੀ ਉਹਦਾ ਰਿਸਕ ਬਹੁਤ ਜ਼ਿਆਦਾ ਵੱਧ ਜਾਂਦਾ। ਹੂੰ ਤੇ ਜੇ ਅਕਸਰ ਇਹ ਕਿਹਾ ਜਾਂਦਾ ਕਿ ਜਿਹੜੀਆਂ ਵੀ ਐਡਿਕਸ਼ਨਸ ਨੇ, ਹੂੰ ਇਕੱਲੀ ਸ਼ਰਾਬ ਨਹੀਂ, ਹੂੰ ਡਰੱਗ ਐਡਿਕਸ਼ਨਸ ਵੀ, ਇਹ ਕੋਈ ਵੀ ਐਸਾ ਨਹੀਂ ਹੁੰਦਾ ਇਨਸਾਨ ਜਿਹੜਾ ਕਹਿੰਦਾ ਕਿ ਮੈਂ ਨਾ ਹਾਈ ਹੋਣ ਵਾਸਤੇ ਜਾਂ ਮੈਂ ਮਜ਼ਾ ਲੈਣ ਲਈ ਇਹ ਇਸਤੇਮਾਲ ਕਰਨੀ ਹੈ। ਜੀ ਜਿਹੜੇ ਸਾਈਕੋਲੋਜੀਕਲ ਕਾਰਨ ਆ ਹੂੰ ਉਹ ਹੋਰ ਹੁੰਦੇ, ਤਾਂ ਹੀ ਇਹਨੂੰ ਕਿਹਾ ਜਾਂਦਾ ਕਿ ਇੱਕ ਤਰ੍ਹਾਂ ਨਾਲ ਇਹ ਵੀ ਇੱਕ ਡਿਜ਼ੀਜ਼ ਆ। ਹੂੰ ਸੋ ਇਹ ਨਹੀਂ ਕਿ ਬੰਦਾ ਮਾੜਾ ਆ ਜਾਂ ਇਹਦੀ ਵਿਲ ਪਾਵਰ ਨਹੀਂ ਹੈਗੀ ਜਾਂ ਇਹਦਾ ਦਿਮਾਗ ਹੀ ਪੁੱਠੇ ਪਾਸੇ ਚੱਲਦਾ। ਜੀ ਕੋਈ ਨਾ ਕੋਈ ਸਾਈਕੋਲੋਜੀਕਲ ਇਸ਼ੂਜ਼ ਹੁੰਦੇ ਆ ਜਿਹੜੇ ਐਡਰੈਸ ਨਹੀਂ ਕੀਤੇ ਜਾਂਦੇ। ਹੂੰ ਕੋਈ ਨਾ ਕੋਈ ਸਟ੍ਰੈਸਸ ਹੁੰਦੀਆਂ, ਰਿਲੇਸ਼ਨਸ਼ਿਪ ਇਸ਼ੂਜ਼ ਹੁੰਦੇ ਆ ਜਿਨ੍ਹਾਂ ਨੂੰ ਐਡਰੈਸ ਕਰਨਾ ਬਹੁਤ ਜ਼ਰੂਰੀ ਹੈ। ਜੀ ਤੇ ਕਈ ਵਾਰੀ ਬੋਰਡਮ ਹੁੰਦਾ। ਹੂੰ ਬਹੁਤ ਸਾਰੇ ਬੱਚੇ ਅੱਜ ਕੱਲ੍ਹ ਸਾਰਾ ਕੁਝ ਇੰਨਾ ਈਜ਼ੀ ਹੈ, ਮਿਹਨਤ ਨਹੀਂ ਕਰਨੀ ਪੈਂਦੀ। ਜੇ ਆਪਾਂ ਚਾਹੀਏ ਤਾਂ ਘਰੋਂ ਨਿਕਲਣ ਦੀ ਲੋੜ ਨਹੀਂ, ਕੰਮ ਵੀ ਆਨਲਾਈਨ ਹੋ ਸਕਦਾ, ਇਹੋ ਜਿਹੀ ਜੌਬ ਲੱਭ ਸਕਦੇ ਆ। ਜੋ ਖਰੀਦੋ ਫਰੋਖਤ ਕਰਨੀ ਆ ਉਹ ਘਰੇ ਡਿਲੀਵਰ ਹੋ ਜਾਂਦੀ ਹੈ, ਸੇਮ ਡੇ ਡਿਲੀਵਰੀ। ਜੀ ਐਂਟਰਟੇਨਮੈਂਟ ਦੇ ਘਰੇ ਬੜੇ ਸਾਧਨ ਨੇ, ਹਾਂਜੀ ਜਿਹੜਾ ਫੋਨ ਹਰ ਕਿਸੇ ਕੋਲ ਹੈਗਾ, ਇੰਟਰਨੈਟ ਆ, ਨੈਟਫਲਿਕਸ ਆ। ਉਹ ਜਦੋਂ ਹਾਈਪੋਡਰਮਿਕ ਨੀਡਲ ਹੁੰਦੀ ਨਾ ਜਿਹਦੇ ਨਾਲ ਡਰੱਗਸ ਲਈਆਂ ਜਾਂਦੀਆਂ, ਉਹ ਇਹ ਹਾਈਪੋਡਰਮਿਕ ਨੀਡਲ ਹੀ ਹੈ ਇੱਕ ਫੋਨ। ਦੈਟਸ ਟਰੂ ਜਿਹੜੇ ਆਪਾਂ ਦੇਖੀਏ ਵੀਡੀਓ ਜਾਂ ਟਿਕਟੌਕ ਇਹ ਵਾਇਰਲ ਹੋ ਜਾਂਦੇ ਨੇ, ਉਹ ਕਿਉਂ ਹੋ ਜਾਂਦੇ ਆ? ਹੂੰ ਕਿਉਂਕਿ ਜਦੋਂ ਵੀ ਕੋਈ ਦੇਖਦਾ ਉਹਦੇ ਬ੍ਰੇਨ 'ਚ ਕੁਛ ਟ੍ਰਿਗਰ ਹੁੰਦਾ ਕਿ ਮੈਂ ਇਹਨੂੰ ਸ਼ੇਅਰ ਕਰਾਂ। ਜੀ ਸੋ ਉਹ ਡਿਜ਼ਾਈਨ ਇਸ ਤਰ੍ਹਾਂ ਕੀਤੇ ਜਾਂਦੇ ਆ। ਹੂੰ ਪਰ ਇਹ ਜਿਹੜਾ ਬੋਰਡਮ ਆ ਜਾਂ ਕੌਨਸਟੈਂਟਲੀ ਆਪਣੇ ਆਪ ਨੂੰ ਬਿਜ਼ੀ ਰੱਖਣ ਦੀ ਆਦਤ ਆ ਕਿ ਦਿਮਾਗ ਨੂੰ ਐਕਸਾਈਟਮੈਂਟ ਚਾਹੀਦੀ ਆ, ਹੂੰ ਕਈ ਵਾਰੀ ਉਹ ਐਡਿਕਸ਼ਨਸ ਦਾ ਕਾਰਨ ਬਣਦੀ ਆ। ਸੋ ਹੂੰ ਕਿਹਾ ਜਾਂਦਾ ਬੋਰ ਹੋਣਾ ਮਾੜੀ ਗੱਲ ਨਹੀਂ। ਜੀ ਬਿਲਕੁਲ ਯੈਸ ਬਹੁਤ ਸਾਰੇ ਜਿਹੜੇ ਵਧੀਆ ਕੋਈ ਕਾਢਾਂ ਕੱਢੀਆਂ ਕਈਆਂ ਲੋਕਾਂ ਨੇ ਹਾਂਜੀ, ਕਹਿੰਦੇ ਬੋਰਡਮ ਇਜ਼ ਅ ਰੋਡ ਟੂ ਸਮ ਨਿਊ ਡਿਸਕਵਰੀ ਪਰ ਅਸੀਂ ਐਬਸੋਲੂਟਲੀ, ਆਪਣੇ ਆਪ ਨੂੰ ਬੋਰ ਹੋਣ ਦਾ ਹੁਣ ਉਹ ਮੌਕਾ ਹੀ ਨਹੀਂ ਦਿੰਦੇ ਬਿਲਕੁਲ। ਵਿਜੇ ਇਹ ਰਿਸਰਚ ਦੇ ਵਿੱਚ ਬਹੁਤ ਵਾਰੀ ਇਹ ਚੀਜ਼ ਆਉਂਦੀ ਹੈ ਹੂੰ ਕਿ ਅਸੀਂ ਪਲੇਜ਼ਰ ਨੂੰ, ਹੂੰ ਐਂਟਰਟੇਨਮੈਂਟ ਨੂੰ ਅਡਿਕਟਡ ਆ। ਹੂੰ ਸਾਡੇ ਦਿਮਾਗ ਨੂੰ ਕੁਛ ਨਾ ਕੁਛ ਹਰ ਵੇਲੇ ਚਾਹੀਦਾ। ਜੀ ਕਈਆਂ ਨੂੰ ਰੀਡਿੰਗ ਦੀ ਐਡਿਕਸ਼ਨ ਆ, ਹੂੰ ਕਈਆਂ ਨੂੰ ਟੀਵੀ ਦੇਖਣ ਦੀ, ਨੈਟਫਲਿਕਸ ਤੇ ਕੋਈ ਸੀਰੀਜ਼ ਸ਼ੁਰੂ ਹੋ ਜਾਏ ਉਹਨਾਂ ਤੋਂ ਛੱਡ ਨਹੀਂ ਹੁੰਦੀ, ਬਿੰਜ ਵਾਚਿੰਗ ਬਿੰਜ ਵਾਚਿੰਗ ਹੋ ਜਾਂਦੀ ਹੈ। ਬ੍ਰੇਨ ਆਕੂਪਾਈਡ ਰੱਖਣਾ ਚਾਹੁੰਦੇ ਹਾਂ ਅਸੀਂ। ਹੂੰ ਪਰ ਜਿਹੜਾ ਜਿੰਨੀਆਂ ਵੀ ਸਪਿਰਿਚੁਅਲ ਟੈਕਨੀਕਸ ਨੇ ਹਾਂਜੀ ਉਹ ਸਾਰੀਆਂ ਇਹ ਸਿਖਾਉਂਦੀਆਂ ਵੀ ਸਹਿਜ 'ਚ ਜਾਓ। ਹੂੰ ਮੈਡੀਟੇਸ਼ਨ ਇਜ਼ ਬੇਸਿਕਲੀ ਡੂਇੰਗ ਨਥਿੰਗ। ਹੂੰ ਦ ਆਰਟ ਆਫ ਡੂਇੰਗ ਨਥਿੰਗ ਇਜ਼ ਮੈਡੀਟੇਸ਼ਨ। ਹੂੰ ਸੋ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੋਂ ਹੀ ਇਨਸਾਨ ਆਪਣੇ ਆਪ ਨੂੰ ਕਿਸੇ ਹਾਇਰ ਪਾਵਰ ਨਾਲ ਕਨੈਕਟ ਕਰ ਪਾਉਂਦਾ, ਜੀ ਕੁਦਰਤ ਨਾਲ ਕਨੈਕਟ ਕਰ ਆਪਣੇ ਪਾਉਂਦਾ। ਆਪ ਨਾਲ ਕਨੈਕਟ ਕਰ ਪਾਉਂਦਾ ਐਬਸੋਲੂਟਲੀ, ਜਿਹਨੂੰ ਕਹਿੰਦੇ ਨਾ ਵੀ ਬੰਦੇ ਖੋਜ ਦਿਲ ਹਰ ਰੋਜ਼। ਹੂੰ ਦਿਲ ਉਦੋਂ ਹੀ ਖੋਜੋਗੇ ਜਦੋਂ ਦਿਮਾਗ ਵਿਹਲਾ ਹੋਊਗਾ। ਹੂੰ ਸੋ ਉਹ ਜਿਹੜਾ ਬੋਰਡਮ ਆ ਉਹ ਦੇਣਾ, ਉਹਦੇ ਨਾਲ ਡੀਲ ਕਰਨਾ ਮਾੜੀ ਗੱਲ ਨਹੀਂ, ਉਹ ਮਹਿਸੂਸ ਕਰਨਾ ਚਾਹੀਦਾ। ਜੀ ਤੇ ਜਿਵੇਂ ਤੁਸੀਂ ਕਿਹਾ ਬੜੀਆਂ ਡਿਸਕਵਰੀਜ਼, ਸਪੈਸ਼ਲੀ ਸੈਲਫ ਡਿਸਕਵਰੀ, ਹੂੰ ਆਪਾ ਖੋਜਣ ਜਿਹੜਾ ਹੁੰਦਾ ਜੀ ਉਹ ਬੋਰਡਮ ਚੋਂ ਹੀ ਨਿਕਲਦਾ। ਹੂੰ ਤੇ ਜਦੋਂ ਮੈਂ ਇੱਕ ਮੇਰੇ ਦੋਸਤ ਨੇ, ਜਿਹੜੇ ਲੋਕਾਂ ਨੇ ਐਡਿਕਸ਼ਨ ਦਾ ਟਾਕਰਾ ਕੀਤਾ ਹਾਂਜੀ ਤੇ ਉਹ ਠੀਕ ਹੋ ਗਿਆ, ਹਾਂਜੀ ਉਹ ਮਾਡਰਨ ਡੇ ਹੀਰੋਜ਼ ਨੇ। ਰਾਈਟ ਉਹਨਾਂ ਤੋਂ ਸਿੱਖਣ ਲਈ ਬਹੁਤ ਕੁਝ ਮਿਲਦਾ। ਬਿਲਕੁਲ ਸੋ ਉਹ ਕਹਿੰਦਾ ਯਾਰ ਪਹਿਲਾਂ ਨਾ ਮੈਂ ਕਦੇ ਨਹੀਂ ਸੀ ਐਪਰੀਸ਼ੀਏਟ ਕੀਤਾ ਬਾਹਰ ਜਾਣਾ ਬੈਠਣਾ। ਹੂੰ ਹੁਣ ਕਹਿੰਦਾ ਮੈਂ ਆਪਣੇ ਡੈਕ ਤੇ ਬੈਠਾ ਹੁੰਨਾ, ਹੂੰ ਮੈਨੂੰ ਪੱਤਿਆਂ ਦੀ ਆਵਾਜ਼, ਹੂੰ ਧੁੱਪ ਦੀਆਂ ਕਿਰਨਾਂ ਤੇ ਜਦੋਂ ਮੀਂਹ ਪੈਂਦਾ ਉਹਦੇ 'ਚ ਹੀ ਬੜਾ ਮਜ਼ਾ ਆਉਂਦਾ। ਹੂੰ ਮੈਂ ਬੋਰ ਨਹੀਂ ਹੁੰਦਾ। ਹੂੰ ਪਰ ਉਹ ਤਾਂ ਹੀ ਹੋ ਸਕਦਾ ਜੇ ਅਲਾਓ ਕਰੋਗੇ, ਆਪਣੇ ਆਪ ਨੂੰ ਸਮਾਂ ਦਿਓਗੇ। ਜੀ ਕਿਉਂਕਿ ਉਹ ਜਿਹੜਾ ਪੂਰਾ ਦਾ ਪੂਰਾ ਅਹਿਸਾਸ ਹੈ ਬੀਇੰਗ ਇਨ ਦੈਟ ਮੋਮੈਂਟ, ਬਿਲਕੁਲ ਪਹਿਲਾਂ ਵੀ ਇਹਦੇ ਬਾਰੇ ਗੱਲ ਕੀਤੀ ਹੈ ਨਾ, ਵੀ ਉਸ ਚੀਜ਼ ਨੂੰ ਐਕਸਪੀਰੀਅੰਸ ਕਰਨ ਵਾਸਤੇ ਅਸੀਂ ਆਪਣੇ ਆਪ ਨੂੰ ਮੌਕਾ ਹੀ ਨਹੀਂ ਦਿੰਦੇ। ਬਿਲਕੁਲ ਇੱਕ ਨਾ ਜਿਹੜੀ ਬੋਰਡਮ ਦੀ ਗੱਲ ਹੈ ਡਾਕਟਰ ਸਾਹਿਬ, ਕਿਉਂਕਿ ਆਪਾਂ ਐਡਿਕਸ਼ਨ ਨਾਲ ਸੰਬੰਧਿਤ ਹੋਰ ਵੀ ਕਈ ਹਲੇ ਪਹਿਲੂ ਆਪਾਂ ਕਵਰ ਕਰਨੇ ਨੇ, ਹਾਂਜੀ ਪਰ ਕਹਿੰਦੇ ਵੀ ਬੋਰਡਮ ਇੱਕ ਇਹ ਵੀ ਸਕੂਲ ਆਫ ਥਾਟ ਹੈ ਜਿਹਦੇ ਨਾਲ ਹੋ ਸਕਦਾ ਕਈ ਡਿਸਐਗਰੀ ਵੀ ਕਰਨ। ਕਹਿੰਦੇ ਵੀ ਬੋਰ ਸਿਰਫ ਜਿਹੜਾ ਕੋਈ ਅਨਇੰਟੈਲੀਜੈਂਟ ਹੁੰਦਾ ਉਹੀ ਹੁੰਦਾ। ਵੀ ਕਹਿੰਦੇ ਜੇ ਤੁਹਾਨੂੰ ਕਦੇ ਵੀ ਲੱਗੇ ਵੀ ਮੈਂ ਬੋਰ ਹੋ ਰਿਹਾ, ਤੇ ਹਾਂਜੀ ਆਪਣੇ ਆਪ ਨੂੰ ਸਵਾਲ ਪੁੱਛੋ ਵੀ ਐਮ ਆਈ ਅਨਇੰਟੈਲੀਜੈਂਟ। ਹਾਂਜੀ ਕਿਉਂਕਿ ਜਿਹੜੇ ਬੰਦੇ ਨੂੰ ਸੋਝੀ ਉਹਨੇ ਕੁਛ ਨਾ ਕੁਛ ਆਪਣੇ ਆਪ ਨੂੰ ਕੰਸਟਰਕਟਿਵਲੀ ਬਿਜ਼ੀ ਕਰਨ ਲਈ ਲੱਭ ਲੈਣਾ ਵੀ ਬਿਲਕੁਲ ਉਹ ਬੋਰ ਨਹੀਂ ਹੋਏਗਾ। ਬਿਲਕੁਲ ਵਿਜੇ, ਬੜਾ ਜਦੋਂ ਆਪਾਂ ਹਿਸਟਰੀ ਪੜ੍ਹਦੇ ਹਾਂ ਹੂੰ ਬੜੇ ਲੋਕਾਂ ਦੀ, ਈਵਨ ਫਰੀडम ਫਾਈਟਰਸ ਦੀ, ਕਈ ਰੈਵੋਲੂਸ਼ਨਿਸਟ ਦੀ, ਜਿਨ੍ਹਾਂ ਨੂੰ ਬੜੇ ਬੜੇ ਸਾਲ ਜੇਲ੍ਹ 'ਚ ਰਹਿਣਾ ਪਿਆ, ਜੀ ਜਿੱਥੇ ਕਰਨ ਨੂੰ ਕੁਝ ਸੀਗਾ ਹੀ ਨਹੀਂ। ਹਾਂਜੀ ਉਹਨਾਂ ਨੇ ਉੱਥੋਂ ਐਸੀਆਂ ਕਿਤਾਬਾਂ ਲਿਖਤੀਆਂ ਜਿਨ੍ਹਾਂ ਨੇ ਦੁਨੀਆ ਦਾ ਇਤਿਹਾਸ ਬਦਲਤਾ। ਜੀ ਬਿਲਕੁਲ ਫੇਮਸ ਐਗਜ਼ਾਮਪਲ ਹੈ ਨੈਲਸਨ ਮੰਡੇਲਾ, ਕਿੰਨੇ ਸਾਲ ਜੇਲ੍ਹ 'ਚ ਰਹੇ। ਜੀ ਜੀ ਤੇ
ਭਾਰਤ ਦੇ ਇਤਿਹਾਸ 'ਚ ਵੀ ਬਹੁਤ ਨੇ। ਜੀ ਕਈ ਸੰਤ ਫਕੀਰ ਜੇਲ੍ਹਾਂ 'ਚ ਰਹੇ ਜੀ ਤੇ ਉਹਨਾਂ ਨੇ ਉਸ ਸਮੇਂ 'ਚੋਂ ਕੁਛ ਐਸਾ ਪੈਦਾ ਕਰਤਾ ਜਿਹਨੇ ਇਨਸਾਨੀਅਤ ਦਾ ਫਿਊਚਰ ਚੇਂਜ ਕਰਕੇ ਰੱਖਤਾ। ਬਿਲਕੁਲ ਸੋ ਜਿਵੇਂ ਤੁਸੀਂ ਕਿਹਾ, ਜਿਹੜਾ ਇੰਟੈਲੀਜੈਂਟ ਇਨਸਾਨ ਆ, ਜਿਹੜਾ ਜੁੜਿਆ ਹੋਇਆ, ਉਹ ਬੋਰ ਹੂੰ ਨਹੀਂ ਹੁੰਦਾ। ਹੂੰ ਉਹਨੂੰ ਆਪਣੇ ਸਰੀਰ ਦੀ ਹਰਕਤ ਤੋਂ, ਸਾਹ ਦੀ ਗਤੀ 'ਚੋਂ ਹੀ ਕੋਈ ਨਾ ਕੋਈ ਮਜ਼ਾ ਮਿਲਦਾ ਜੀ ਤੇ ਉਹਦੇ ਨਾਲ ਕਨੈਕਟ ਕਰਨਾ ਬੜਾ ਜ਼ਰੂਰੀ ਹੈ। ਜੀ ਈਵਨ ਡੀ ਐਡਿਕਸ਼ਨ ਦੀ ਜਦੋਂ ਗੱਲ ਕਰਦੇ ਆ, ਉਹਦੇ 'ਚ ਇਹ ਇੱਕ ਪ੍ਰਿੰਸੀਪਲ ਮੰਨਿਆ ਜਾਂਦਾ ਕਿ ਪਹਿਲਾਂ ਤਾਂ ਇਹ ਕਬੂਲ ਕਰ ਲਓ ਹੂੰ ਕਿ ਸ਼ਰਾਬ ਦੇ ਉੱਤੇ ਤੁਹਾਡੀ ਪਾਵਰ ਨਹੀਂ ਹੈਗੀ। ਹੂੰ ਇਹ ਵਿਲ ਪਾਵਰ ਨਾਲ ਜਿੱਤਣ ਵਾਲੀ ਚੀਜ਼ ਨਹੀਂ ਹੈ। ਹੂੰ ਤੁਹਾਨੂੰ ਕਿਸੇ ਹਾਇਰ ਪਾਵਰ ਦੀ ਹੈਲਪ ਚਾਹੀਦੀ ਹੈ। ਜੀ ਤੁਹਾਨੂੰ ਕਮਿਊਨਿਟੀ ਦੀ ਵੀ, ਸੋਸਾਇਟੀ ਦੀ ਵੀ ਹੈਲਪ ਚਾਹੀਦੀ ਹੈ। ਸੋ ਉਹ ਹੈਲਪ ਤਾਂ ਹੀ ਮਿਲ ਸਕਦੀ ਜੇ ਅਸੀਂ ਥੋੜ੍ਹਾ ਜਿਹਾ ਬੋਰ ਹੋ ਲੈਣ ਦੇਵਾਂਗੇ ਆਪਣੇ ਆਪ ਨੂੰ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ ਜੀ, ਹੁਣ ਐਲਕੋਹਲ ਐਡਿਕਸ਼ਨ ਵੱਲ ਜੇ ਦੁਬਾਰਾ ਇਸ ਗੱਲ ਵੱਲ ਆਈਏ, ਐਲਕੋਹਲ ਦਾ ਹਾਰਮੋਨਸ ਦੇ ਉੱਪਰ ਕੀ ਅਸਰ ਪੈਂਦਾ ਜੀ? ਹਾਂਜੀ, ਵਿਜੇ, ਜਿਹੜੇ ਪਲੇਜ਼ਰ ਵਾਲੇ ਹਾਰਮੋਨ ਨੇ, ਜਿਵੇਂ ਆਪਾਂ ਹੂੰ ਡੋਪਾਮੀਨ ਦੀ ਅਕਸਰ ਗੱਲ ਕਰਦੇ ਹਾਂ, ਜੀ ਡੋਪਾਮੀਨ, ਸੈਰੋਟੋਨਿਨ, ਹੂੰ ਇਹ ਉਹਨਾਂ ਤੇ ਅਸਰ ਪਾਉਂਦੀ ਹੈ। ਹੂੰ ਸਟ੍ਰੈਸ ਹਾਰਮੋਨ ਤੇ ਅਸਰ ਪਾਉਂਦੀ ਹੈ। ਹੂੰ ਸੋ ਜੇ ਇਹ ਪਾਇਆ ਜਾਂਦਾ ਕਿ ਜਦੋਂ ਕੋਈ ਰੈਗੂਲਰ ਡਰਿੰਕਰ ਆ, ਹੂੰ ਇਹ ਮੈਟਰ ਨਹੀਂ ਕਰਦਾ ਉਹ ਕਿੰਨੀ ਪੀ ਰਿਹਾ। ਜੀ ਹੋ ਸਕਦਾ ਉਹ ਬਹੁਤ ਨਾਪ ਤੋਲ ਕੇ 1 ਡਰਿੰਕ ਅ ਡੇ ਡਰਿੰਕਰ ਹੋਣ, ਪਰ ਉਹਦੇ ਨਾਲ ਜਿਹੜਾ ਸਟ੍ਰੈਸ ਹਾਰਮੋਨ ਆ, ਉਹਦੀ ਬੇਸਲਾਈਨ ਉੱਪਰ ਹੋ ਜਾਂਦੀ ਹੈ। ਹੂੰ ਮਤਲਬ ਜਦੋਂ ਤੁਸੀਂ ਨਹੀਂ ਡਰਿੰਕ ਕਰ ਰਹੇ, ਹੂੰ ਤੁਸੀਂ ਜ਼ਿਆਦਾ ਸਟ੍ਰੈਸ ਆਊਟ ਫੀਲ ਕਰਦੇ ਹੋ, ਤੁਹਾਡੇ ਅੰਦਰ ਇਹ ਤਲਬ ਉੱਠਦੀ ਹੈ ਕਿ ਰਿਲੈਕਸ ਹੋਣ ਵਾਸਤੇ, ਹੂੰ ਥੋੜ੍ਹਾ ਮਨ ਨੂੰ ਸ਼ਾਂਤ ਕਰਨ ਵਾਸਤੇ ਤੁਹਾਨੂੰ ਅਲਕੋਹਲ ਦਾ ਸਹਾਰਾ ਚਾਹੀਦਾ। ਜੀ ਸੋ ਤੁਹਾਡੇ ਗਾਬਾ ਰਿਸੈਪਟਰਸ, ਜਿਹੜਾ HPA ਐਕਸਿਸ ਕਿਹਾ ਜਾਂਦਾ, ਹਾਈਪੋਥੈਲੈਮਸ ਪਿਟਿਊਟਰੀ ਐਡਰੀਨਲ ਐਕਸਿਸ, ਜਿਹੜਾ ਬੜਾ ਇੰਪੋਰਟੈਂਟ ਆ ਸਰੀਰ ਦੇ ਸਾਰੇ ਹਾਰਮੋਨਸ ਨੂੰ ਰੈਗੂਲੇਟ ਕਰਨ ਲਈ, ਹੂੰ ਐਲਕੋਹਲ ਉਹਦੇ ਤੇ ਅਫੈਕਟ ਕਰਦੀ ਹੈ। ਹੂੰ ਤੇ ਨਰਵਸ ਸਿਸਟਮ ਤੇ, ਇਹਦਾ ਬ੍ਰੇਨ ਤੇ ਬੜਾ ਅਸਰ ਆ। ਹੂੰ ਜਿਵੇਂ ਆਪਾਂ ਗੱਲ ਕੀਤੀ ਸੀ ਜਿਹੜੀ ਤਾਂ ਹੈਵੀ ਡਰਿੰਕਿੰਗ ਆ, ਹੂੰ ਤੇ ਹੈਵੀ ਡਰਿੰਕਿੰਗ ਨੂੰ ਕਿਹਾ ਜਾਂਦਾ 12 ਡਰਿੰਕਸ ਅ ਵੀਕ। ਹੂੰ ਤੇ ਉਹ ਹੋ ਸਕਦਾ ਵੀ ਤੁਸੀਂ ਇੱਕ ਫਰਾਈਡੇ, ਸੈਟਰਡੇ, ਸੰਡੇ 'ਚ ਹੀ ਪੂਰੀਆਂ ਕਰ ਲਓ, ਜੀ ਬਾਕੀ ਦੇ ਜਿਹੜੇ ਮੰਡੇ ਟੂ ਥਰਸਡੇ ਆ ਸ਼ਾਇਦ ਨਹੀਂ ਵੀ ਕੀਤੀ। ਹੂੰ ਉਹਦੇ ਨਾਲ ਤਾਂ ਕਲੀਅਰ ਆ ਕਿ ਨਿਊਰਲ, ਜਿਹੜੇ ਬ੍ਰੇਨ ਦੇ ਨਿਊਰੋਨਸ ਆ, ਉਹ ਡੀਜਨਰੇਟ ਹੁੰਦੇ ਨੇ। ਹੂੰ ਫਿਰ ਜਿਹੜੀ ਮੋਡਰੇਟ ਡਰਿੰਕਿੰਗ ਆ, ਜਿਹੜੀਆਂ ਲਾਈਕ ਅਬਾਊਟ 7 ਡਰਿੰਕਸ ਅ ਵੀਕ, ਜੀ ਨਾ ਹੋ ਸਕਦਾ ਇੱਕ ਰੋਜ਼ ਦੀ, ਹੂੰ ਹੋ ਸਕਦਾ ਕਿ ਵੀਕਐਂਡ ਤੇ ਹੀ 7 ਪੂਰੀਆਂ ਕਰਤੀਆਂ, ਉਹਦੇ ਨਾਲ ਜਿਹੜਾ ਨਿਓ ਕਾਰਟੈਕਸ ਆ, ਬ੍ਰੇਨ ਦਾ ਹਿੱਸਾ ਜਿਹੜਾ ਪ੍ਰੀਫਰੰਟਲ ਕਾਰਟੈਕਸ ਦੇ ਵਿੱਚ, ਉਹ ਸ਼ਰਿੰਕ ਕਰਦਾ। ਹੂੰ ਤੇ ਜਿਹੜੀ ਵੈਰੀ ਲਾਈਟ ਡਰਿੰਕਿੰਗ ਆ, ਜੀ 1 to 2 ਡਰਿੰਕਸ ਔਨ ਅ ਰੈਗੂਲਰ ਬੇਸਿਸ, ਹੂੰ ਨਾ ਚਾਹੇ ਉਹ ਵੀਕਲੀ ਹੋਵੇ, ਕਹਿੰਦੇ ਉਹਦੇ ਨਾਲ ਵੀ ਜਿਹੜੇ ਨਿਊਰੋਨਸ ਦੇ ਜਿਹੜੇ ਸਰਕਟ ਨੇ, ਆਪਸ 'ਚ ਜਿਹੜੇ ਤਾਲਮੇਲ ਆ, ਉਹ ਕਿਵੇਂ ਗੱਲਬਾਤ ਕਰਦੇ ਆ, ਹੂੰ ਉਹ ਇਫੈਕਟ ਹੁੰਦੇ ਨੇ ਤੇ ਉਹ ਰੀਵਾਇਰ ਹੁੰਦੇ ਆ। ਹੂੰ ਤੇ ਉਹ ਰੀਵਾਇਰ ਹੁੰਦੇ ਨੇ ਉਦੋਂ ਹੀ ਨਹੀਂ ਜਦੋਂ ਤੁਸੀਂ ਡਰਿੰਕ ਕਰ ਰਹੇ ਹੋ, ਜਿਹੜਾ ਬਾਕੀ ਦਾ ਸਮਾਂ, ਹੂੰ ਜਿਹੜੇ ਬਾਕੀ ਦੇ 23 ਘੰਟੇ ਨੇ ਦਿਨ ਦੇ, ਉਹਦੇ 'ਚ ਵੀ ਉਹ ਬਿਹੇਵੀਅਰ ਨੂੰ ਅਫੈਕਟ ਕਰਦੇ ਆ। ਜਿਹੜੀ ਪ੍ਰੀ ਫਰੰਟਲ ਕੋਰਟੈਕਸ ਹੈ ਡਾਕਟਰ ਸਾਹਿਬ, ਜੇ ਮੈਂ ਗਲਤ ਨਾ ਹੋਵਾਂ, ਕਹਿੰਦੇ ਵੀ ਬਾਕੀ ਦੇ ਕਈ ਜਾਨਵਰਾਂ ਤੋਂ ਮਨੁੱਖ ਨੂੰ ਉਹੀ ਇੱਕ ਵੱਖਰਾ ਕਰਦੀ ਹੈ ਬਿਲਕੁਲ। ਕਿ ਉਹਨੇ ਸਾਨੂੰ ਇਮੈਜੀਨੇਸ਼ਨ ਦੀ ਪਾਵਰ ਦੇ ਦਿੱਤੀ। ਹਾਂਜੀ, ਅਸੀਂ ਪ੍ਰੋਜੈਕਟ ਕਰ ਸਕਦੇ ਹਾਂ ਕਿ ਜੇ ਅਜਿਹੇ ਹਾਲਾਤ ਹੋਣਗੇ ਤਾਂ ਉਹਦੇ ਵਿੱਚ ਇੱਦਾਂ ਹੋਏਗਾ। ਬਿਲਕੁਲ। ਉਹਦੇ ਹੀ ਬੇਸਿਸ ਤੇ ਕਿੰਨੀਆਂ ਡਿਸਕਵਰੀਜ਼ ਵੀ ਹੋਈਆਂ ਹਾਂਜੀ, ਕਿ ਤੁਸੀਂ ਇਮੇਜਿਨ ਕਰ ਸਕਦੇ ਹੋ ਜੇ ਤਾਪਮਾਨ ਘਟਿਆ ਤਾਂ ਇੰਨੀ ਠੰਡ ਹੋਏਗੀ, ਬਿਲਕੁਲ। ਠੰਡ ਨਾਲ ਟੱਕਰਾ ਕਰਨ ਲਈ ਇੱਦਾਂ ਕਰਨਾ ਪੈਣਾ। ਇਮੇਜਿਨੇਸ਼ਨ ਦੇ ਆਧਾਰ ਤੇ ਸਭ ਕੁਝ ਹੋਇਆ। ਸੋ ਜਦੋਂ ਬਿਲਕੁਲ। ਪ੍ਰੀ ਫਰੰਟਲ ਕੋਰਟੈਕਸ ਦੇ ਉੱਪਰ ਅਸਰ ਪੈਂਦਾ ਤਾਂ ਉਹਦਾ ਲੌਂਗ ਟਰਮ ਇਫੈਕਟ ਮਤਲਬ ਕਾਫੀ ਅਜਿਹਾ ਹੋ ਸਕਦਾ, ਗੁੱਝਾ ਹੋ ਸਕਦਾ। ਬਿਲਕੁਲ, ਮੈਮਰੀ ਤੇ, ਜੀ। ਇਮੈਜੀਨੇਸ਼ਨ ਤੇ, ਰਿਲੇਸ਼ਨਸ਼ਿਪਸ ਤੇ, ਹੂੰ ਤੇ ਉਸ ਚੀਜ਼ ਦੀ, ਜਿਸ ਦੀ ਵੀ ਐਡਿਕਸ਼ਨ ਹੋਏ, ਉਹਦਾ ਸਹਾਰਾ ਲਏ ਬਿਨਾਂ ਨਾਰਮਲ ਫੀਲ ਕਰਨ ਤੇ ਉਹਦਾ ਅਸਰ ਹੁੰਦਾ। ਜੀ ਤੁਸੀਂ ਬਿਲਕੁਲ ਸਹੀ ਕਿਹਾ ਵਿਜੇ। ਮੈਂ ਨਾ, ਡੌਗਸ ਬੜੇ ਵਧੀਆ ਲੱਗਦੇ ਨੇ, ਉਹ ਤੁਹਾਨੂੰ ਬੜਾ ਖੁਸ਼ੀ ਦਿੰਦਾ ਤੁਹਾਡੇ ਕੋਈ ਪੈਟ ਹੋਵੇ, ਜੀ ਪਰ ਜਿਹੜੇ ਐਨੀਮਲਸ ਆ, ਉਹਨਾਂ ਬਾਰੇ ਕਿਹਾ ਜਾਂਦਾ ਹੈ ਫਿਊਚਰ ਬਾਰੇ ਨਹੀਂ ਸੋਚ ਸਕਦੇ। ਰਾਈਟ। ਇਕੱਲਾ ਇਨਸਾਨ ਹੀ ਆ ਜਿਹੜਾ ਫਿਊਚਰ ਇਮੈਜਿਨ ਕਰ ਸਕਦਾ। ਡੌਗ ਨੂੰ ਪਾਸਟ ਤੋਂ ਕੋਈ ਟਰਾਮਾ ਹੋਇਆ ਹੋਏ, ਉਹਦੀ ਮੈਮਰੀ ਰਹਿੰਦੀ ਹੈ, ਪਰ ਉਹ ਫਿਊਚਰ ਬਾਰੇ ਵੀ ਕੱਲ ਨੂੰ ਕੀ ਹੋਊਗਾ ਜਾਂ ਸ਼ਾਮ ਨੂੰ ਮੌਸਮ ਕਿਹੋ ਜਿਹਾ, ਇਹ ਉਹਦੇ ਵੱਸ ਦਾ ਕੰਮ ਨਹੀਂ। ਰਾਈਟ। ਉਹ ਪ੍ਰੈਜ਼ੈਂਟ ਮੋਮੈਂਟ 'ਚ ਹੀ ਜੀ ਰਿਹਾ। ਜੀ। ਪਰ ਇਨਸਾਨ 'ਚ ਖੂਬੀ ਹੈ ਕਿ ਅਸੀਂ ਫਿਊਚਰ ਬਾਰੇ ਸੋਚ ਸਕਦੇ ਹਾਂ, ਤੇ ਐਲਕੋਹਲ ਉਹ ਖੂਬੀ ਦੂਰ ਲੈ ਕੇ ਜਾਂਦੀ ਹੈ। ਅੱਛਾ, ਕੁਝ ਲੋਕ ਇਹ ਕਹਿਣਗੇ ਜੀ ਵੀ ਜੀ ਜੇ ਥੋੜੀ ਬਹੁਤ ਐਲਕੋਹਲ ਲੈਂਦੇ ਨੇ ਸਗੋਂ ਇਮੇਜਿਨੇਸ਼ਨ ਤਾਂ ਵੱਧ ਜਾਂਦੀ ਆ। ਹਾਂਜੀ, ਸੋ ਵਿਜੇ ਇਹ ਵੀ ਬੜੀ ਇੰਟਰਸਟਿੰਗ ਚੀਜ਼ ਆ। ਸੋ ਇਹਦੇ 'ਚ ਇਹ ਵੀ ਆਪਣੇ ਮਤਲਬ ਗੱਲਬਾਤ ਦਾ ਮਤਲਬ ਇਹ ਨਹੀਂ ਹੈਗਾ ਕਿ ਕਿਸੇ ਨੂੰ ਕਹੀਏ ਵੀ ਤੁਸੀਂ ਪੀਓ ਜਾਂ ਨਾ ਪੀਓ ਜਾਂ ਇੰਨੀ ਪੀਓ। ਇਹਦਾ ਮਤਲਬ ਇਹ ਹੈ ਕਿ ਸਿਰਫ ਇਹ ਸ਼ੇਅਰ ਕਰਨਾ ਸਾਇੰਸ ਕੀ ਕਹਿੰਦੀ ਹੈ। ਜੀ ਜੀ ਬਿਲਕੁਲ ਬਿਲਕੁਲ। ਸੋ ਜਾਣਕਾਰੀ ਲੈ ਕੇ ਆਪਣਾ ਫੈਸਲਾ ਖੁਦ ਕਰੋ। ਸੋ ਸਟੱਡੀਜ਼ ਇਹ ਕਹਿੰਦੀਆਂ ਨੇ ਜਿਹੜਾ ਓਕੇਜ਼ਨਲ ਡਰਿੰਕਰ ਆ, ਜੀ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ। ਸੋ ਓਕੇਜ਼ਨਲ ਡਰਿੰਕਰ ਨੂੰ ਡਿਫਾਈਨ ਕੀ ਕਰਦੇ ਆ? 1 to 2 ਡਰਿੰਕਸ ਅ ਮੰਥ ਔਰ ਐਵਰੀ ਫਿਊ ਮੰਥਸ। ਜੀ। ਸੋ 1 to 2 ਜੀ ਅ ਮੰਥ, ਜੀ ਜਾਂ ਸਾਲ 'ਚ 2-4 ਵਾਰੀ। ਹਾਂਜੀ। ਕਹਿੰਦੇ ਇਹਦਾ ਕੋਈ ਨੁਕਸਾਨ ਨਹੀਂ ਪਾਇਆ ਗਿਆ। ਸੋ ਜਿਹੜੀ ਤੁਸੀਂ ਗੱਲ ਕਰਦੇ ਇਮੈਜੀਨੇਸ਼ਨ ਵੱਧ ਜਾਂਦੀ ਹੈ।
ਸੋ ਨਿਊਰਲ ਸਰਕਟਸ ਜਿਹੜੇ ਨੇ ਉਹ ਆਪਸ 'ਚ ਕਈਆਂ ਦਾ ਤਾਲਮੇਲ ਘਟ ਜਾਂਦਾ। ਜਿਹੜੀਆਂ ਆਪਣੀ ਕਮਾਂਡ ਸੈਂਟਰ ਆ, ਹਾਂਜੀ ਜਿਹੜਾ ਇਹ ਦੱਸਦਾ ਕਿ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਨਾ ਕਰੋ, ਉਹ ਡਮ ਡਾਊਨ ਹੋ ਜਾਂਦਾ, ਉਹ ਸੁੰਨ ਜਿਹਾ ਹੋ ਜਾਂਦਾ। ਤੇ ਜਿਹੜੀਆਂ ਅੰਦਰ ਇਨਸਟਿੰਕਟਸ ਹੁੰਦੀਆਂ ਨੇ, ਜੀ ਜੋ ਕਿਸੇ ਦਾ ਉੱਚੀ ਗੱਲਾਂ ਕਰਨ ਨੂੰ ਜੀ ਕਰ ਰਿਹਾ, ਕਿਸੇ ਦਾ ਨੱਚਣ ਨੂੰ ਜੀ ਕਰ ਰਿਹਾ, ਉਹ ਬੰਦਾ ਬੰਦਸ਼ ਚੋਂ ਨਿਕਲ ਜਾਂਦਾ। ਕਿਉਂਕਿ ਜਿਹੜਾ ਕਮਾਂਡ ਸੈਂਟਰ ਸੀ, ਕਿਹਾ ਜਾਂਦਾ ਨਾ, ਅਸੀਂ ਆਪਣੇ ਆਪ ਨੂੰ ਅਨਲਰਨ ਕਰਨਾ ਬੜਾ ਜ਼ਰੂਰੀ ਹੈ। ਹਾਂਜੀ ਅਸੀਂ ਬੜਾ ਕੁਝ ਸਿਖਾ ਦਿੰਦੇ ਹਾਂ ਬੱਚਿਆਂ ਨੂੰ, ਜਿਹੜਾ ਐਕਚੁਅਲੀ ਉਹਨਾਂ ਦੀ ਸਿਹਤ ਵਾਸਤੇ ਤੇ ਉਹਨਾਂ ਦੀ ਸੋਚਣ ਸ਼ਕਤੀ ਲਈ ਮਾੜਾ ਹੁੰਦਾ। ਜੀ ਬੱਚੇ ਦੀ ਇਮੈਜੀਨੇਸ਼ਨ ਬਹੁਤ ਹੁੰਦੀ ਆ। ਸੋ ਜਦੋਂ ਕਮਾਂਡ ਸੈਂਟਰ ਢਿੱਲਾ ਪੈ ਗਿਆ ਤੇ ਕਈਆਂ ਨੂੰ ਲੱਗਦਾ ਕਿ ਹੁਣ ਮੈਂ ਬੜਾ ਕ੍ਰੀਏਟਿਵ ਹੋ ਗਿਆ, ਪਰ ਉਹਦਾ ਓਵਰਆਲ ਇਫੈਕਟ ਕ੍ਰੀਏਟਿਵਿਟੀ ਨਹੀਂ ਹੁੰਦਾ, ਉਹ ਨੈਗੇਟਿਵ ਵਾਲੇ ਪਾਸੇ ਹੀ ਜਾ ਰਿਹਾ ਹੁੰਦਾ। ਜੀ ਡਾਕਟਰ ਸਾਹਿਬ, ਕੋਈ ਅਜਿਹੇ ਵਿਅਕਤੀ ਹੈਗੇ ਨੇ ਜਿਹੜੇ ਹੂ ਆਰ ਮੋਰ ਲਾਈਕਲੀ ਟੂ ਬਿਕਮ ਐਨ ਐਡਿਕਟ? ਕੋਈ ਇਸ ਤਰ੍ਹਾਂ ਦੀ ਕੋਈ ਉਹ ਹੈਗਾ, ਕੋਈ ਡਰਿੰਕਿੰਗ ਕੈਟਾਗਰੀ ਕਿ ਇਸ ਬੰਦੇ ਦਾ ਜ਼ਿਆਦਾ ਖਤਰਾ? ਸੋ ਖਤਰਾ ਕਿਸੇ ਨੂੰ ਵੀ ਹੋ ਸਕਦਾ, ਕਿਉਂਕਿ ਲਾਈਫ ਸਿਚੁਏਸ਼ਨ ਚੇਂਜ ਹੁੰਦਿਆਂ ਦੇਰ ਨਹੀਂ ਲੱਗਦੀ। ਟਰੂ। ਜਿਵੇਂ ਆਪਾਂ ਗੱਲ ਕਰਦੇ ਸੀ ਨਾ, ਕਿਸੇ ਵੀ ਡਰੱਗ ਦੇ ਵਿੱਚ, ਕਿਸੇ ਵੀ ਐਡਿਕਸ਼ਨ 'ਚ ਤੁਸੀਂ ਇੱਕ ਐਸਾ ਸਾਥੀ ਚੁਣ ਲਿਆ, ਆਪਣਾ ਇੱਕ ਦੋਸਤ ਬਣਾ ਲਿਆ, ਜਿਹੜਾ ਜਦੋਂ ਕੋਈ ਤੁਹਾਡੇ ਤੇ ਹਾਵੀ ਸਮਾਂ ਆਇਆ, ਤੁਹਾਨੂੰ ਥੱਲੇ ਨੂੰ ਲਿਜਾ ਸਕਦਾ। ਸੋ ਕੋਈ ਵੀ ਇਸ ਤੋਂ ਮੁਕਤ ਨਹੀਂ ਹੈਗਾ ਕਿ ਆਹ ਬੰਦਾ ਨਾ ਕਦੇ ਐਡਿਕਟ ਨਹੀਂ ਹੋ ਸਕਦਾ ਜਾਂ ਇਹਨੂੰ ਕਦੇ ਨੁਕਸਾਨ ਨਹੀਂ ਹੋ ਸਕਦਾ। ਪਰ ਅਕਸਰ ਇਹ ਪਾਇਆ ਜਾਂਦਾ ਸਟੱਡੀਜ਼ ਦੇ ਵਿੱਚ ਕਿ ਦੋ ਤਰ੍ਹਾਂ ਦੇ ਡਰਿੰਕਰ ਨੇ। ਜੀ ਇੱਕ ਤਾਂ ਉਹ ਜਿਹੜੇ ਥੋੜ੍ਹਾ ਜਿਹਾ ਡਰਿੰਕ ਕਰਕੇ ਉਹ ਹੋਰ ਅਲਰਟ ਹੋ ਜਾਂਦੇ, ਜਿਵੇਂ ਤੁਸੀਂ ਕਿਹਾ, ਉਹ ਗੱਲਾਂ ਖੁੱਲ੍ਹ ਕੇ ਕਰਨ ਲੱਗ ਪੈਂਦੇ, ਉਹ ਉੱਚੀ ਬੋਲਣਾ ਸ਼ੁਰੂ ਕਰ ਦਿੰਦੇ ਆ, ਚੁਟਕਲੇ ਬੜੇ ਆਉਂਦੇ ਆ ਨਾ, ਹਾਸਾ ਮਖੌਲ ਸ਼ੁਰੂ ਹੋ ਜਾਂਦਾ, ਨੱਚਣ ਲੱਗ ਪੈਂਦੇ ਨੇ, ਹੈ ਨਾ। ਇੱਕ ਉਹ ਡਰਿੰਕਰ ਨੇ। ਇੱਕ ਉਹ ਨੇ ਜਿਹੜੀ ਥੋੜ੍ਹੀ ਜਿਹੀ ਡਰਿੰਕ ਕਰਕੇ ਸੁਸਤ ਜਿਹਾ ਹੋ ਜਾਂਦੇ ਨੇ, ਸਲੋ ਹੋ ਜਾਂਦੇ ਆ, ਬਹਿ ਜਾਂਦੇ ਆ, ਥੋੜ੍ਹੀ ਦੇਰ ਬਾਅਦ ਸੌਂ ਜਾਂਦੇ ਆ। ਹਾਂਜੀ। ਸੋ ਉਹ ਜਿਹੜਾ ਪਹਿਲਾ ਕੈਟੇਗਰੀ ਹੈ, ਜਿਹੜਾ ਅੱਗੇ ਨਾਲੋਂ ਬਹੁਤ ਖੁੱਲ੍ਹਾ ਜੌਲੀ ਹੋ ਗਿਆ, ਜਿਵੇਂ ਕਹਿੰਦੇ ਨੇ ਜੌਲੀ ਹੋ ਗਿਆ, ਉਹਨਾਂ ਦਾ ਰਿਸਕ ਜ਼ਿਆਦਾ ਹੁੰਦਾ। ਇਹ ਪਾਇਆ ਜਾਂਦਾ ਕਿ ਜਿਨ੍ਹਾਂ 'ਤੇ ਇਸ ਤਰ੍ਹਾਂ ਦਾ ਅਸਰ ਹੋ ਰਿਹਾ ਨਾ, ਜਿਹੜੇ ਇੰਜੋਏ ਕਰ ਰਹੇ ਨੇ ਤੇ ਉਹਨਾਂ ਦੀ ਪਰਸਨੈਲਿਟੀ ਦੇਖਣ ਨੂੰ ਲੱਗ ਰਿਹਾ ਵੀ ਨਿਖਰ ਰਹੀ ਹੈ, ਉਹ ਐਕਚੁਅਲੀ ਜ਼ਿਆਦਾ ਰਿਸਕ 'ਤੇ ਹੁੰਦੇ ਨੇ ਇਸ ਦੀ ਐਡਿਕਸ਼ਨ ਵੱਲ ਨੂੰ ਜਾਣ ਦੇ ਬਜਾਏ ਉਸਦੇ ਜਿਹੜੇ ਸੁਸਤਾ ਗਏ ਜਾਂ ਚੁੱਪ ਜਿਹਾ ਕਰ ਗਿਆ ਜਾਂ ਬੋਲਣਾ ਬੰਦ ਹੀ ਕਰਤਾ। ਜੀ। ਸੋ ਇਹ ਇੱਕ ਆਮ ਇਹ ਧਾਰਨਾ ਮੰਨੀ ਜਾਂਦੀ ਹੈ, ਪਰ ਅਗੇਨ ਐਡਿਕਸ਼ਨ ਕਿਸੇ ਨੂੰ ਵੀ ਹੋ ਸਕਦੀ ਹੈ। ਇਹਦੇ 'ਚ ਕੋਈ ਵੀ ਇਸ ਤੋਂ ਐ ਨਹੀਂ ਵੀ ਇਮਿਊਨ ਆ ਕਿ ਇਹਨੂੰ ਨਹੀਂ ਹੋਊਗੀ। ਪਰ ਜਿਹੜੇ ਇੱਕ ਹੁੰਦੇ ਨੇ ਟੋਲਰੈਂਟ, ਟੋਲਰੈਂਸ ਉਹ ਹੁੰਦੀ ਹੈ ਕਿ ਪਹਿਲਾਂ ਇੱਕ ਡਰਿੰਕ ਲਈ ਸੀਗੀ ਤੇ ਉਹ ਦੂਸਰੀ ਤੋਂ ਬਾਅਦ ਉਹ ਡੋਲਣ ਲੱਗ ਗਿਆ, ਹੌਲੀ ਹੌਲੀ ਉਹਨਾਂ ਦੇ ਸਰੀਰ 'ਚ ਕੈਪੇਬਿਲਿਟੀ ਆ ਗਈ ਕਿ ਹੁਣ ਉਹ 4 5 6 ਵੱਧ ਡਰਿੰਕਸ ਲੈ ਸਕਦੇ ਆ ਤੇ ਹਜੇ ਵੀ ਲੱਗਦਾ ਵੀ ਇਹ ਕੈਮ ਨੇ। ਸੋ ਉਹ ਟੋਲਰੈਂਟ ਹੋ ਗਿਆ। ਕਈ ਕੁਦਰਤੀ ਤੌਰ 'ਤੇ, ਜਿਵੇਂ ਆਪਾਂ ਜੀਨਸ ਦੀ ਗੱਲ ਕਰਦੇ ਸੀ, ਉਹਨਾਂ ਦੇ ਲਿਵਰ ਦੇ ਵਿੱਚ ਉਹਨਾਂ ਦੀ ਬਾਡੀ ਫੰਕਸ਼ਨਿੰਗ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਜ਼ਿਆਦਾ ਸ਼ਰਾਬ ਪੀ ਸਕਦੇ ਆ, ਇਹ ਅਹਿਸਾਸ ਹੋਏ ਬਿਨਾਂ ਕਿਸੇ ਨੂੰ ਕਿ ਇਹਨੇ ਕਿੰਨੀ ਡਰਿੰਕ ਕੀਤੀ ਹੋਈ ਹੈ। ਜੀ। ਸੋ ਇਹ ਜਿਹੜੀ ਟੋਲਰੈਂਸ ਆ, ਉਹਨਾਂ ਦਾ ਐਡਿਕਸ਼ਨ ਵੱਲ ਨੂੰ ਜਾਣ ਦਾ ਰਿਸਕ ਉਨਾ ਹੀ ਹੁੰਦਾ, ਪਰ ਉਹਨਾਂ ਨੂੰ ਅਮਾਊਂਟ ਜ਼ਿਆਦਾ ਚਾਹੀਦਾ। ਸੋ ਹੈਬਿਚੁਅਲ ਡਰਿੰਕਰ ਟੋਲਰੈਂਟ ਹੋ ਜਾਂਦੇ ਨੇ ਤੇ ਦੇਖਣ ਵਾਲੇ ਨੂੰ ਐਂ ਲੱਗਦਾ ਜਾਂ ਉਹਨਾਂ ਨੂੰ ਖੁਦ ਨੂੰ ਐਂ ਮਹਿਸੂਸ ਹੁੰਦਾ ਕਿ ਮੇਰੇ 'ਤੇ ਦਾ ਕੋਈ ਮਾੜਾ ਅਸਰ ਨਹੀਂ ਹੋ ਰਿਹਾ, ਪਰ ਉਹ ਐਕਚੁਅਲੀ ਸਿਰਫ ਥੋੜ੍ਹੀ ਬਾਡੀ 'ਚ ਟੋਲਰੈਂਸ ਪੈਦਾ ਹੋ ਗਈ। ਡਾਕਟਰ ਸਾਹਿਬ, ਇਹ ਦੱਸਿਓ, ਹੈਂਗਓਵਰ ਹੁੰਦਾ ਜਦੋਂ ਬੰਦੇ ਨੂੰ, ਹਾਂਜੀ, ਹੈਂਗਓਵਰ ਕਿਉਂ ਹੁੰਦਾ ਜੀ? ਬਿਲਕੁਲ। ਸੋ ਵਿਜੇ, ਜਿਹੜੇ ਸਰੀਰ 'ਤੇ ਅਸਰ ਨੇ ਐਲਕੋਹਲ ਦੇ, ਉਹਨਾਂ ਦੇ ਵਿੱਚ ਇੱਕ ਤਾਂ ਹੈਗਾ ਕਿ ਐਲਕੋਹਲ ਡੀਹਾਈਡਰੇਟਿੰਗ ਆ। ਸੋ ਵਾਟਰ ਲਾਸ ਹੁੰਦਾ। ਸੋ ਸਰੀਰ 'ਚੋਂ ਜਦੋਂ ਡੀਹਾਈਡਰੇਸ਼ਨ ਹੋ ਜਾਏ ਤੇ ਸਾਰਾ ਤਾਲਮੇਲ ਖਰਾਬ ਹੋ ਜਾਂਦਾ ਜੀ। ਦੂਸਰਾ, ਐਲਕੋਹਲ ਸਲੀਪ 'ਤੇ, ਨੀਂਦ 'ਤੇ ਬਹੁਤ ਅਸਰ ਪਾਉਂਦੀ ਹੈ। ਕਈ ਲੋਕ ਸੋਚਦੇ ਆ ਕਿ ਮੈਂ ਜੇ ਡਰਿੰਕ ਲੈ ਲਵਾਂ ਤੇ ਮੈਨੂੰ ਨੀਂਦ ਸੋਹਣੀ ਆ ਜਾਂਦੀ ਹੈ, ਪਰ ਬੜਾ ਕਲੀਅਰ ਸਲੀਪ ਸਟੱਡੀਜ਼ ਦੇ ਵਿੱਚ ਐਵੀਡੈਂਸ ਆ ਕਿ ਈਵਨ ਆਫਟਰ ਵਨ ਡਰਿੰਕ ਜਿਹੜੀ ਤੁਹਾਡੀ ਨੀਂਦ ਦੀ ਕੁਆਲਿਟੀ ਹੁੰਦੀ ਹੈ ਉਹ ਚੰਗੀ ਨਹੀਂ ਹੁੰਦੀ। ਉਸ ਇਨਸਾਨ ਨੂੰ ਇਹ ਪਤਾ ਨਹੀਂ ਹੁੰਦਾ ਕਿ ਜਿਹਨੂੰ ਕਹਿੰਦੇ ਨਾ ਰੈਸਟੋਰੇਟਿਵ ਸਲੀਪ, ਵੀ ਸੌਂ ਕੇ ਉੱਠੇ ਤੇ ਤਰੋ ਤਾਜ਼ਾ ਬਿਲਕੁਲ ਮਹਿਸੂਸ ਕੀਤਾ। ਹਾਂਜੀ। ਸਰੀਰ ਵਾਸਤੇ ਤੇ ਬ੍ਰੇਨ ਵਾਸਤੇ ਸੌਣਾ ਬਹੁਤ ਜ਼ਰੂਰੀ ਹੈ, ਚੰਗੀ ਨੀਂਦ ਆਉਣੀ ਬਹੁਤ ਜ਼ਰੂਰੀ ਹੈ। ਪਰ ਜਦੋਂ ਐਲਕੋਹਲ ਦੀ ਮਾਤਰਾ ਹੋਵੇ ਸਰੀਰ 'ਚ ਤੇ ਵੇਕਫੁਲਨੈਸ ਵਿੱਚ ਨੀਂਦ ਉਖੜ ਜਾਂਦੀ ਹੈ, ਪਰ ਇਨਸਾਨ ਨੂੰ ਉਹਦਾ ਪਤਾ ਨਹੀਂ ਹੁੰਦਾ। ਵਿੱਚ ਜਿਵੇਂ ਅੱਖ ਖੁੱਲ੍ਹ ਗਈ, ਜਾਗ ਆ ਗਈ, ਰੈਸਟਫੁਲ ਸਲੀਪ ਨਹੀਂ ਹੋਈ, ਜਿਹੜੀ ਡੀਪ ਸਲੀਪ ਆ, ਰੈਮ ਸਾਈਕਲਸ ਨੇ, ਉਹਨਾਂ 'ਤੇ ਉਹਦਾ ਅਸਰ ਹੁੰਦਾ। ਤੇ ਜਦੋਂ ਸਲੀਪ ਠੀਕ ਨਾ ਹੋਵੇ ਤੇ ਬ੍ਰੇਨ ਤੇ ਬਾਡੀ ਦੋਨੋਂ ਹੀ ਤਰੋਤਾਜ਼ਾ ਨਹੀਂ ਹੋਣਗੇ। ਉਹ ਇੱਕ ਹੈਂਗਓਵਰ ਦਾ ਵੱਡਾ ਰੀਜ਼ਨ ਆ। ਡੀਹਾਈਡਰੇਸ਼ਨ ਇਹਦਾ ਦੂਸਰਾ ਰੀਜ਼ਨ ਆ। ਤੀਸਰਾ, ਜਿਹੜੀ ਅਲਕੋਹਲ ਆ ਨਾ, ਇਹ ਵੇਸੋਡਾਇਲੇਟਰ ਆ। ਬਿਲਕੁਲ, ਜਿਹੜੀਆਂ ਬਲੱਡ ਵੈਸਲਸ ਨੇ ਉਹ ਖੁੱਲ੍ਹ ਜਾਂਦੀਆਂ। ਕਈਆਂ ਦੀ ਸਕਿਨ ਵੀ ਲਾਲ ਜੀ ਹੋ ਜਾਂਦੀ ਹੈ, ਇੱਕਦਮ ਪਸੀਨਾ ਆਉਣ ਲੱਗ ਪੈਂਦਾ ਹੈ ਨਾ।
ਸੋ ਵੇਸੋਡਾਇਲੇਸ਼ਨ ਹੁੰਦੀ ਆ। ਵੇਸੋਡਾਇਲੇਸ਼ਨ ਦਾ ਆਫਟਰ ਇਫੈਕਟ ਇਹ ਹੁੰਦਾ ਕਿ ਉਹ ਬਲੱਡ ਵੈਸਲਸ ਸਿੱਕੜ ਜਾਂਦੀਆਂ, ਹੂੰ ਵੇਸੋ ਕੰਸਟ੍ਰਿਕਟਰ ਬਣ ਹੂੰ ਜਾਂਦਾ, ਰਿਫਲੈਕਸ ਵੇਸੋ ਕੰਸਟ੍ਰਿਕਟਰ ਹੋ ਜਾਂਦਾ। ਜੀ ਉਹਦੇ ਨਾਲ ਸਿਰ ਦਰਦ ਹੁੰਦਾ। ਜਿਹੜੀ ਸਵੀਅਰ ਹੈਡੇਕ ਹੁੰਦੀ ਆ, ਉਹ ਪਹਿਲਾਂ ਜਿਹੜੀਆਂ ਡਾਇਲੇਟ ਹੋਈਆਂ ਸੀ ਬਲੱਡ ਵੈਸਲਸ, ਕਿਉਂਕਿ ਉਹ ਰਿਫਲੈਕਸਿਵਲੀ ਕੰਸਟ੍ਰਿਕਟ ਕਰ ਗਈਆਂ, ਉਹਦੇ ਨਾਲ ਹੈਡੇਕ ਹੁੰਦੀ ਆ। ਉਹ ਇੱਕ ਬੜਾ ਸਿੰਪਟਮ ਕਾਮਨ ਹੈਗਾ ਵੀ ਸਿਰ ਦੁਖਦਾ, ਸਿਰ ਭਾਰਾ ਭਾਰਾ। ਫਿਰ ਉਦੋਂ ਲੋਕ ਕਈ ਵਾਰੀ ਨਾ ਐਸਪਰਿਨ ਖਾਂਦੇ ਨੇ ਜਾਂ ਟੈਨੋਲ ਖਾਂਦੇ ਨੇ। ਜੀ ਉਹ ਜਿਹੜੀਆਂ ਦਵਾਈਆਂ ਨੇ ਇਹ ਫਿਰ ਬਲੱਡ ਵੈਸਲਸ ਨੂੰ ਡਾਇਲੇਟ ਕਰ ਦਿੰਦੀਆਂ ਰਾਈਟ ਤੇ ਉਹਨਾਂ ਨੂੰ ਲੱਗਦਾ ਵੀ ਇਹ ਹੁਣ ਥੋੜਾ ਜਿਹਾ ਠੀਕ ਹੋ ਗਿਆ। ਹੂੰ ਪਰ ਇਹ ਬਹੁਤ ਹਾਨੀਕਾਰਕ ਹੋ ਸਕਦਾ, ਹੂੰ ਕਿਉਂਕਿ ਜਿਹੜਾ ਲਿਵਰ ਆ ਉਹ ਪਹਿਲਾਂ ਤਾਂ ਅਲਕੋਹਲ ਨਾਲ ਡੀਲ ਕਰ ਰਿਹਾ। ਹਾਂਜੀ ਜਿਹੜੀ ਆਪਾਂ ਐਸੀਟਾਈਲ ਐਲਡੀਹਾਈਡ ਦੀ ਗੱਲ ਕਰਦੇ ਹਾਂ ਵੀ ਇੱਕ ਟੌਕਸਿਕ ਸਬਸਟੈਂਸ ਆ, ਜੀ ਲਿਵਰ ਉਹਨੂੰ ਕੱਢਣਾ ਚਾਹੁੰਦਾ ਸਰੀਰ ਚੋਂ। ਜੀ ਉੱਤੋਂ ਜਦੋਂ ਆਪਾਂ ਕੋਈ ਵੀ ਐਨਸੇਡ ਕਿਹਾ ਜਾਂਦਾ, ਐਡਵਿਲ, ਟਾਈਲੇਨੋਲ, ਐਸਪਰਿਨ, ਇਹੋ ਜਿਹੀ ਦਵਾਈ ਖਾਂਦੇ ਆ, ਉਹਦਾ ਵੀ ਲਿਵਰ ਤੇ ਮਾੜਾ ਅਸਰ ਹੁੰਦਾ। ਹੂੰ ਸੋ ਜਿਹਨੂੰ ਕਹਿੰਦੇ ਨਾ ਐਡਿੰਗ ਇਨਸਲਟ ਓਵਰ ਇੰਜਰੀ। ਜੀ ਸੋ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਕਿ ਸਵੇਰੇ ਉੱਠ ਕੇ ਐਡਵਿਲ ਖਾ ਲਈ ਜਾਂ ਐਸਪਰਿਨ ਖਾ ਲਈ ਤੇ ਤੁਹਾਨੂੰ ਲੱਗਿਆ ਵੀ ਹੁਣ ਠੀਕ ਹੋ ਗਿਆ। ਡਾਕਟਰ ਸਾਹਿਬ ਇੱਕ ਨਾ ਮੈਸੇਜ ਆਇਆ, ਉਹ ਕਹਿੰਦੇ ਜੇ ਮੈਂ ਰੋਜ਼ਾਨਾ ਕਹਿੰਦੇ ਪੀਂਦਾ ਰਵਾਂ ਹੂੰ ਫਿਰ ਨੈਕਸਟ ਮਾਰਨਿੰਗ ਸਿਰ ਨਹੀਂ ਦੁਖਦਾ, ਹੂੰ ਜੇ ਗੈਪ ਪਾ ਲਓ ਹੂੰ ਉਸ ਤੋਂ ਬਾਅਦ ਪੀਣ ਮਗਰੋਂ ਨੈਕਸਟ ਮਾਰਨਿੰਗ ਸਿਰ ਦੁਖਦਾ। ਹਾਂਜੀ ਪਰ ਜਿਹੜੀ ਤੁਹਾਡੀ ਤੁਸੀਂ ਗੱਲ ਜਿਹੜੀ ਦੱਸੀ ਆ, ਇਹਦਾ ਮਤਲਬ ਇਹ ਹੋਇਆ ਕਿ ਜੇ ਕੋਈ ਰੈਗੂਲਰਲੀ ਐਲਕੋਹਲ ਕੰਜ਼ਿਊਮ ਕਰ ਰਿਹਾ, ਫਿਰ ਉਹਨਾਂ ਦੀਆਂ ਜਿਹੜੀਆਂ ਬਲੱਡ ਵੈਸਲਸ ਨੇ ਉਹ ਇੱਕ ਪਰਪੈਚੁਅਲੀ ਜਾਂ ਔਨ ਐਨ ਔਨ ਗੋਇੰਗ ਬੇਸਿਸ ਫਿਰ ਉਹ ਐਕਸਪੈਂਡ ਹੋ ਜਾਂਦੀਆਂ। ਕੀ ਕਹਿੰਦਾ ਵਿਜੇ ਹੈਬਿਚੁਏਸ਼ਨ ਆ, ਹੈਬਿਚੁਏਸ਼ਨ ਜਿਸਨੂੰ ਆਪਾਂ ਕਹਿੰਦੇ ਹਾਂ ਕਿ ਵਿਦਡਰਾਅਲ ਆ। ਹਾਂ ਜੇ ਉਸ ਦਾ ਇਸਤੇਮਾਲ ਕੀਤੇ ਬਿਨਾ ਹੂੰ ਤੁਸੀਂ ਨਾਰਮਲ ਨਹੀਂ ਫੀਲ ਕਰਦੇ, ਹੂੰ ਤੁਹਾਨੂੰ ਨੀਂਦ ਠੀਕ ਨਹੀਂ ਆ ਰਹੀ ਜਾਂ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ, ਹੂੰ ਇਹਦਾ ਮਤਲਬ ਵੀ ਕਿਤੇ ਨਾ ਕਿਤੇ ਉਹ ਇੱਕ ਹੈਬਿਟ ਬਣ ਗਈ ਆ। ਹੂੰ ਸੋ ਇਹ ਵਿਦਡਰਾਅਲ ਹੋ ਰਹੀ ਆ। ਹੂੰ ਇਹ ਨਹੀਂ ਕਿ ਅਲਕੋਹਲ ਬੜੀ ਵਧੀਆ ਸੀਗੀ, ਨੀਂਦ ਬਹੁਤ ਸੋਹਣੀ ਆਈ। ਐਕਚੁਅਲੀ ਤੁਸੀਂ ਵਿਦਡਰਾਅਲ ਤੋਂ ਸਫਰ ਕਰ ਰਹੇ ਹੋ, ਤੁਹਾਡੇ ਉਹਨੂੰ ਲੱਤ ਪੈ ਚੁੱਕੀ ਆ ਵੀ ਇਹਦਾ ਬਿਨਾਂ ਗੁਜ਼ਾਰਾ ਨਹੀਂ। ਹੂੰ ਸੋ ਇਹ ਚੰਗੀ ਗੱਲ ਨਹੀਂ। ਹੂੰ ਫਿਰ ਵਿਜੇ ਇੱਕ ਕਾਮਨ ਚੀਜ਼ ਆ, ਕਈ ਲੋਕ ਨਾ ਕਹਿੰਦੇ ਕਿ ਜਦੋਂ ਹੋਵੇ ਇਸ ਤਰ੍ਹਾਂ ਹੈਂਗਓਵਰ ਹੋਵੇ ਤੇ ਅਕਸਰ ਪਾਰਟੀਜ਼ ਤੇ, ਸਪੈਸ਼ਲੀ ਵੀਕਐਂਡ ਪਾਰਟੀਜ਼ ਤੇ, ਉਹ ਕਹਿੰਦੇ ਸਵੇਰੇ ਉੱਠ ਕੇ ਮੈਂ ਫਿਰ ਡਰਿੰਕ ਕਰ ਲੈਂਦਾ, ਹਾਂਜੀ ਹਾਂਜੀ ਉਹਦੇ ਹਾਂਜੀ ਨਾਲ ਮੇਰਾ ਹੈਂਗਓਵਰ ਠੀਕ ਹੋ ਜਾਂਦਾ। ਹਾਂ ਦੈਟ ਇਜ਼ ਵਨ ਆਫ ਦਾ ਵਰਸਟ ਥਿੰਗਸ ਕੋਈ ਹਾਂ ਕਰ ਸਕਦਾ। ਹੋਇਆ ਕੀ, ਵੇਸੋ ਡਾਇਲੇਸ਼ਨ ਹੋਈ ਸੀਗੀ, ਜੀ ਉਹਦੇ ਬਾਅਦ ਚ ਵੇਸੋ ਕੰਸਟ੍ਰਿਕਸ਼ਨ ਹੋਈ, ਹਾਂ ਸਿਰ ਦੁਖਿਆ, ਤੁਸੀਂ ਫੇਰ ਡਰਿੰਕ ਕਰ ਲਈ, ਉਹਨੇ ਫਿਰ ਜਾ ਕੇ ਡਾਇਲੇਟ ਕਰ ਲਿਆ। ਡਾਇਲੇਸ਼ਨ ਕਰਤੀ। ਪਰ ਹੁਣ ਉਹਦਾ ਜਿਹੜਾ ਫਿਊਚਰ 'ਚ ਅਸਰ ਹੋਊਗਾ ਉਹ ਪਹਿਲਾਂ ਨਾਲੋਂ ਵੀ ਮਾੜਾ ਹੋਊਗਾ। ਹੂੰ ਸੋ ਅਕਸਰ ਲੋਕਾਂ ਦਾ ਕਈ ਵਾਰੀ ਪੂਰਾ ਦਿਨ ਖਰਾਬ ਹੋ ਜਾਂਦਾ ਹੈਂਗਓਵਰ ਕਰਕੇ। ਹੂੰ ਤੇ ਇੱਕ ਐਲਕੋਹਲ ਡਿਸਇਨਫੈਕਟੈਂਟ ਵਾਸਤੇ ਯੂਜ਼ ਕੀਤੀ ਜਾਂਦੀ ਹੈ, ਆਪਾਂ ਅੱਗੇ ਵੀ ਗੱਲ ਕੀਤੀ ਜੀ ਸੀ ਨਾ। ਜੀ ਜੀ ਸੋ ਜਦੋਂ ਆਪਣੇ ਸਟਮਕ 'ਚ ਜਾਂਦੀ ਹੈ, ਹਾਂਜੀ ਜਦੋਂ ਗੱਟ 'ਚ ਜਾਂਦੀ ਹੈ, ਤੇ ਚੰਗੇ ਮਾੜੇ ਜਿੰਨੇ ਬੈਕਟੀਰੀਆ ਨੇ ਇਹ ਸਾਰਿਆਂ ਨੂੰ ਖਤਮ ਕਰ ਦਿੰਦੀ ਹੈ। ਹੂੰ ਸੋ ਪਰ ਪਾਇਆ ਇਹ ਗਿਆ ਕਿ ਜਿਹੜੇ ਚੰਗੇ ਬੈਕਟੀਰੀਆ ਨੇ ਉਹਨਾਂ 'ਤੇ ਇਹਦਾ ਅਸਰ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ ਜੀ ਫॉर ਵੇਰੀਅਸ ਰੀਜ਼ਨਸ। ਤੇ ਇੱਕ ਜਿਹਨੂੰ ਲੀਕੀ ਗੱਟ ਕਿਹਾ ਜਾਂਦਾ, ਹੂੰ ਐਲਕੋਹਲ ਡਰਿੰਕਿੰਗ ਦੇ ਨਾਲ ਕਹਿੰਦੇ ਨਾ ਪੇਟ 'ਚ ਕਈ ਵਾਰੀ ਜੀ ਬਲੀਡਿੰਗ ਸ਼ੁਰੂ ਹੋ ਗਈ ਜਾਂ ਲੀਕੀ ਗੱਟ ਹੋ ਗਿਆ। ਜਿਹੜੀ ਲਾਈਨਿੰਗ ਸੀਗੀ ਇੰਟੈਸਟਾਈਨ ਦੀ, ਜਿਹੜਾ ਬੜਾ ਅਹਿਮ ਰੋਲ ਪਲੇ ਕਰਦੀ ਹੈ ਆਪਣੀ ਇਮਿਊਨਿਟੀ ਦੇ ਵਿੱਚ, ਫੂਡ 'ਚੋਂ ਜਿਹੜੇ ਨਿਊਟਰੀਐਂਟਸ ਆ ਉਹਨਾਂ ਨੂੰ ਅਬਜ਼ੌਰਬ ਕਰਨ ਦੇ ਵਿੱਚ, ਉਹ ਖਰਾਬ ਹੋ ਜਾਂਦੀ ਹੈ। ਹੂੰ ਸੋ ਨਿਊਟਰੀਐਂਟ ਸਹੀ ਨਹੀਂ ਮਿਲ ਰਿਹਾ, ਹੂੰ ਸਿਰ ਦੁਖ ਰਿਹਾ, ਐਸੀਟਾਈਲ ਐਲਡੀਹਾਈਡ ਬਲੱਡ ਦੇ ਵਿੱਚ ਘੁੰਮ ਰਿਹਾ, ਜੀ ਤੇ ਸਲੀਪ ਤੁਹਾਡੀ ਡਿਸਟਰਬ ਹੋ ਗਈ। ਚਾਹੇ ਖੁਦ ਨੂੰ ਐ ਲੱਗ ਰਿਹਾ ਹੋਏ ਕਿ ਜਿਹੜੀ ਮਦਹੋਸ਼ੀ ਜਾਂ ਬੇਹੋਸ਼ੀ ਹੈ ਨਾ, ਜੀ ਉਹ ਨੀਂਦ ਨਹੀਂ ਹੈ। ਹਾਂ ਬਹੁਤ ਫਰਕ ਆ ਦੋਨਾਂ ਦੈਟਸ ਚੀਜ਼ਾਂ ਟਰੂ 'ਚ। ਦੈਟਸ ਟਰੂ। ਡਾਕਟਰ ਸਾਹਿਬ ਇੱਕ ਮੈਸੇਜ ਇਹ ਆਇਆ, ਕਹਿੰਦੇ ਜੇ ਕੋਈ ਨਿੰਬੂ ਪਾਣੀ ਪੀਵੇ ਹਾਂਜੀ। ਹੈਂਗਓਵਰ ਨੂੰ ਓਵਰਕਮ ਕਰਨ ਲਈ, ਕਹਿੰਦੇ ਫਿਰ ਉਹ ਠੀਕ ਆ। ਸੋ ਸਭ ਤੋਂ ਵਧੀਆ ਤਾਂ ਹੈਂਗਓਵਰ ਨੂੰ ਓਵਰਕਮ ਕਰਨ ਲਈ ਹੈਗਾ ਕਿ ਇਹਨੂੰ ਹੋਣ ਹੀ ਨਾ ਦਿਓ, ਹੂੰ ਪਹਿਲਾਂ ਹੀ ਕੰਟਰੋਲ ਕਰ ਲਓ। ਜੀ ਪਰ ਜਿਹੜੇ ਨੁਸਖੇ ਨੇ ਜੀ ਉਹਨਾਂ 'ਚ ਹਰੇਕ ਦੇ ਕੋਲ ਆਪਣਾ ਆਪਣਾ ਫਾਰਮੂਲਾ ਹੁੰਦਾ। ਹਾਂਜੀ ਕਈਆਂ ਤੇ ਕਈ ਕੰਮ ਕਰਦੇ, ਕਈ ਸਾਈਕੋਲੋਜੀਕਲੀ ਕੰਮ ਕਰਦੇ ਨੇ, ਹਾਂਜੀ। ਪਲਸੀਬੋ ਦੀ ਤਰ੍ਹਾਂ। ਹਾਂ ਪਰ ਇਹ ਪਾਇਆ ਗਿਆ ਕਿ ਜਿੱਦਾਂ ਐਕਸਰਸਾਈਜ਼ ਕਰਕੇ ਵੀ ਅੱਜ ਕੱਲ੍ਹ ਇੱਕ ਬੜੀ ਫੇਮਸ ਥੈਰੇਪੀ ਆ ਕੋਲਡ ਸ਼ਾਵਰਸ। ਹੂੰ ਕੋਲਡ ਸ਼ਾਵਰ ਲੈਣਾ ਜਾਂ ਕੋਲਡ ਐਕਸਪੋਜ਼ਰ, ਜੀ ਉਦੋਂ ਨਹੀਂ ਜਦੋਂ ਤੁਸੀਂ ਬਿਲਕੁਲ ਮਦਹੋਸ਼ ਹੋ, ਹੂੰ ਨੈਕਸਟ ਡੇ। ਕਹਿੰਦੇ ਜਦੋਂ ਕੋਲਡ ਸ਼ਾਵਰ ਕੋਈ ਲੈਂਦਾ ਤੇ ਸਰੀਰ 'ਚ ਐਪੀਨੈਫ੍ਰਿਨ ਦਾ ਅਮਾਊਂਟ, ਐਡਰੀਨਲਿਨ ਦਾ ਅਮਾਊਂਟ ਥੋੜ੍ਹਾ ਜਿਹਾ ਵੱਧ ਜਾਂਦਾ, ਹੂੰ ਜਿਹੜਾ ਬਲੱਡ ਸਰਕੂਲੇਸ਼ਨ ਨੂੰ ਤਰੋਤਾਜ਼ਾ ਥੋੜ੍ਹਾ ਜਿਹਾ ਤੇਜ਼ ਕਰ ਦਿੰਦਾ। ਅੱਛਾ ਜੀ ਉਹਦੇ ਨਾਲ ਹੈਂਗਓਵਰ ਛੇਤੀ ਠੀਕ ਹੋ ਜਾਂਦਾ। ਹੂੰ ਕਈ ਵਾਰੀ ਵਜੋਂ ਸੁਣਨ ਨੂੰ ਮਿਲਦਾ, ਕਈ ਪਾਰਟੀ ਚੱਲ ਰਹੀ ਹੁੰਦੀ ਆ, ਡਰਿੰਕ ਕਰ ਰਹੇ ਹੁੰਦੇ ਤੇ ਕੋਈ ਇੱਕਦਮ ਖਬਰ ਇਹੋ ਜਿਹੀ ਸੁਣਾ ਦਿੰਦਾ ਕੋਈ, ਉਹ ਕਹਿੰਦਾ ਯਾਰ ਤੂੰ ਤਾਂ ਮੇਰੀ ਸਾਰੀ ਲਾਤੀ। ਹਾਂਜੀ ਯੈਸ ਉਹ ਕੀ ਹੋਇਆ, ਉਹੀ ਐਡਰੀਨਲਿਨ ਐਪੀਨੈਫ੍ਰਿਨ ਦਾ ਸ਼ਾਟ ਆਇਆ ਇੱਕ,
ਹਾਂ ਕਿਸੇ ਨਾ ਕਿਸੇ ਵਾਕਿਆ ਕਰਕੇ, ਜੀ ਤੇ ਉਹਨਾਂ ਨੂੰ ਲੱਗਿਆ ਕਿ ਇੱਕਦਮ ਇਹ ਤਾਂ ਹੁਣ ਫਿਰ ਦੁਬਾਰਾ ਸ਼ੁਰੂ ਕਰੋ, ਹੈ ਨਾ? ਜੀ 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 ਸੋ ਜੀ ਜੀ ਇਹ ਅਕਸਰ ਪਾਇਆ ਜਾਂਦਾ। ਸੋ ਐਕਸਰਸਾਈਜ਼ ਕਰਨੀ, ਵਾਕ ਕਰਨੀ, ਜਿਹਦੇ ਨਾਲ ਸਰੀਰ 'ਚ ਬਲੱਡ ਸਰਕੂਲੇਸ਼ਨ ਵਧੇ, ਤੇ ਪਾਣੀ ਪੀਣਾ। ਹੂੰ ਕਿਹਾ ਜਾਂਦਾ ਕਿ ਇੱਕ ਅਲਕੋਹਲਿਕ ਡਰਿੰਕ ਦੇ ਪਿੱਛੇ 1 ਹੂੰ ਗਲਾਸ ਪਾਣੀ ਐਕਸਟਰਾ ਪੀਣਾ ਬਾਅਦ ਦੇ ਵਿੱਚ ਜ਼ਰੂਰੀ ਹੈ। ਜੀ ਸੈਕੰਡ, ਜਦੋਂ ਤੁਸੀਂ ਕੋਈ ਵੀ ਇਸਤੇਮਾਲ ਕਰ ਰਹੇ ਹੋ ਅਲਕੋਹਲ, ਤੇ ਫੂਡ ਖਾ ਲੈਂਦੇ ਨਾਲ, ਜੀ ਪਹਿਲਾਂ ਖਾ ਲੈਣਾ ਜਾਂ ਫੂਡ ਦੇ ਨਾਲ ਡਰਿੰਕ ਕਰਨੀ, ਹੂੰ ਉਹਦਾ ਹੈਂਗਓਵਰ ਨਹੀਂ ਹੁੰਦਾ, ਉਹਦਾ ਅਸਰ ਘੱਟ ਹੁੰਦਾ। ਜੀ ਸੋ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਲੋਕ ਕਹਿੰਦੇ ਵੀ ਰੋਟੀ ਬਾਅਦ 'ਚ ਖਾਵਾਂਗੇ, ਹੂੰ ਹੂੰ ਕਿਉਂਕਿ ਉਹ ਜਿਹੜਾ ਬਾਕੀ ਦੇ ਨਿਊਟਰੀਐਂਟਸ ਨੇ, ਕਾਰਬੋਹਾਈਡਰੇਟ, ਫੈਟ, ਪ੍ਰੋਟੀਨ, ਉਹ ਅਲਕੋਹਲ ਨੂੰ ਅਬਜ਼ੌਰਬ ਹੋਣ 'ਚ ਸਲੋ ਕਰ ਦਿੰਦੇ ਆ। ਜੀ ਸੋ ਬਾਅਦ ਦੇ ਵਿੱਚ ਖਾਣ ਦੇ ਨਾਲ ਕੋਈ ਅਲਕੋਹਲ ਦਾ ਉਹਦਾ ਫਾਇਦਾ ਨਹੀਂ ਹੋਣਾ ਵੀ ਇਹਦਾ ਅਸਰ ਘੱਟ ਹੋਊਗਾ ਜਾਂ ਇਹਦਾ ਮਾੜਾ ਅਸਰ ਘੱਟ ਹੋਊਗਾ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਇਹਨਾਂ ਵੱਲ ਧਿਆਨ ਦੇਣਾ ਚਾਹੀਦਾ। ਤੇ ਪਹਿਲਾਂ ਕੁਆਲਿਟੀ ਆਫ ਅਲਕੋਹਲ 'ਤੇ ਵੀ ਡਿਪੈਂਡ ਕਰਦਾ ਵਿੱਚ। ਜੀ ਜੀ ਜਿਹੜੀ ਬੀਅਰ ਆ ਅਕਸਰ ਉਹ ਘੱਟ ਹੈਂਗਓਵਰ ਕਰਦੀ ਹੈ। ਕਈ ਤਰ੍ਹਾਂ ਦੀਆਂ ਸ਼ਰਾਬਾਂ ਨੇ, ਉਹਨਾਂ 'ਚ ਐਡੀਟਿਵਸ ਹੁੰਦੇ ਆ, ਉਹਨਾਂ 'ਚ ਨਾਈਟ੍ਰੇਟਸ ਪਾਏ ਹੁੰਦੇ ਆ, ਉਹਨਾਂ ਨੂੰ ਕੋਜੀਨਰਸ ਕਹਿੰਦੇ ਨੇ। ਜੀ ਉਹਨਾਂ ਦੀ ਮਾਤਰਾ ਵੀ ਹੈਂਗਓਵਰ 'ਤੇ ਅਸਰ ਪਾਉਂਦੀ ਹੈ। ਡਾਕਟਰ ਸਾਹਿਬ ਇੱਥੇ ਨਾ ਇੱਕ ਕੁਐਸਚਨ ਆਇਆ ਹੈ, ਆਮ ਤੌਰ ਤੇ ਬੜਾ ਕਾਮਨ ਸਵਾਲ ਹੈ, ਕਹਿੰਦੇ ਰੋਜ਼ ਦੇ 2 ਪੈਗ ਪੀਣੇ ਓਕੇ ਆ? ਉਹ ਤਾਂ ਫਿਰ ਹੈਵੀ ਡਰਿੰਕਰ ਵਾਲੇ ਪਾਸੇ ਗੱਲ ਚਲੀ ਉਹ ਗਈ ਨਾ। ਮੋਡਰੇਟ ਟੂ ਹੈਵੀ ਡਰਿੰਕਰ 7 ਦੂਣੀ 14 14 ਬਿਲਕੁਲ। ਹਾਂ ਸੋ 14 12 ਤੋਂ ਡਰਿੰਕਸ 24 ਡਰਿੰਕਸ ਨੂੰ ਹੈਵੀ ਡਰਿੰਕਿੰਗ ਮੰਨਿਆ ਜਾਂਦਾ। ਜੀ ਉਹਦਾ ਬ੍ਰੇਨ ਦੇ ਨਿਊਰੋਨਸ ਤੇ ਡੈਫੀਨੇਟ ਅਸਰ ਹੁੰਦਾ ਓਵਰ ਟਾਈਮ। ਜੀ ਡਾਕਟਰ ਸਾਹਿਬ ਸਮਾਂ ਆਪਣੇ ਕੋਲ ਬਹੁਤ ਘੱਟ ਹੈ, ਪਰ ਜਿਹੜਾ ਇੰਪੋਰਟੈਂਟ ਪਹਿਲੂ ਹੈ ਇਹ ਵੀ ਬਹੁਤ ਇੰਪੋਰਟੈਂਟ ਹੈ, ਗੱਲ ਕਰੀਏ ਕਿਉਂਕਿ ਕਈ ਸੁਨੇਹੇ ਵੀ ਇਸ ਬਾਰੇ ਆ ਰਹੇ ਨੇ। ਹਾਂਜੀ ਜੇ ਕੋਈ ਕੁਇਟ ਕਰਨਾ ਚਾਹੁੰਦਾ ਹੋਵੇ ਹਾਂਜੀ। ਤਾਂ ਉਹਨਾਂ ਨੂੰ ਕਿਹੜੀਆਂ ਸਟ੍ਰੈਟਜੀਜ਼ ਇਖਤਿਆਰ ਕਰਨੀਆਂ ਚਾਹੀਦੀਆਂ ਨੇ ਜੇ ਕੋਈ ਸ਼ਰਾਬ ਛੱਡਣੀ ਚਾਹੁੰਦਾ? ਸੋ ਵਿਜੇ, ਇਹਦੇ 'ਚ ਨਾ ਬਹੁਤ ਇੰਪੋਰਟੈਂਟ ਹੈ। ਬੜੇ ਲੋਕ ਨੇ ਜਿਹੜੇ ਕੁਇਟ ਕਰਨਾ ਚਾਹੁੰਦੇ ਆ, ਹੂੰ ਪਰ ਖਾਸ ਕਰ ਆਪਣੀ ਕਮਿਊਨਿਟੀ ਦੇ ਵਿੱਚ ਜੀ ਉਹਨਾਂ ਕੋਲ ਸਪੋਰਟ ਸਿਸਟਮ ਨਹੀਂ ਹੁੰਦੇ। ਹੂੰ ਘਰਾਂ ਦੇ ਮਾਹੌਲ, ਦੋਸਤਾਂ ਦਾ ਮਾਹੌਲ, ਕੰਮ ਦਾ ਮਾਹੌਲ ਹੂੰ ਇਸ ਤਰ੍ਹਾਂ ਦਾ ਹੁੰਦਾ ਕਿ ਉਹਨਾਂ ਨੂੰ ਲੱਗਦਾ ਮੇਰੀ ਸੁਸਾਇਟੀ ਟੁੱਟ ਜਾਣੀ ਸਾਰੀ, ਜੀ ਮੇਰੇ ਦੋਸਤ ਛੁੱਟ ਜਾਣੇ ਆ ਹੂੰ ਜੇ ਮੈਂ ਡਰਿੰਕ ਕਰਨੀ ਛੱਡ ਦਿੱਤੀ। ਹੂੰ ਸੋ ਇੱਕ ਤੇ ਜੇ ਕੋਈ ਕੁਇਟ ਕਰਨਾ ਚਾਹੇ, ਜੀ ਉਸ ਇਨਸਾਨ ਦੀ ਸਪੋਰਟ ਕਰਨੀ, ਤੇ ਉਹਦੇ ਵਾਸਤੇ ਰਿਸੋਰਸਿਸ ਪੈਦਾ ਕਰਨੇ, ਹੂੰ ਤੇ ਆਲੇ ਦੁਆਲੇ ਦਾ ਮਾਹੌਲ ਚੇਂਜ ਕਰਨਾ। ਉਹਦੇ ਜਿਹੜੇ ਦੋਸਤ ਮਿੱਤਰ ਨੇ ਜਿਹੜੇ ਉਸ ਇਨਸਾਨ ਬਾਰੇ ਚੰਗਾ ਸੋਚਦੇ ਆ, ਜੀ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਹੂੰ ਇਹ ਇੱਕ ਬੰਦੇ ਦਾ ਕੰਮ ਨਹੀਂ, ਜੀ ਪਰ ਪਰਸਨਲ ਲੈਵਲ ਤੇ ਬਹੁਤ ਕੁਝ ਕੀਤਾ ਜਾ ਸਕਦਾ। ਵੀ ਜੇ ਅਲਕੋਹਲ, ਜਿਵੇਂ ਆਪਾਂ ਗੱਲ ਕਰਦੇ ਸੀ ਨਾ ਕਿ ਕੋਈ ਡਰਿੰਕ ਕਿਉਂ ਜ਼ਿਆਦਾ ਕਰਨ ਲੱਗ ਪੈਂਦਾ, ਹੂੰ ਪਾਇਆ ਜਾਂਦਾ ਕਿ ਜਿਹੜੇ ਸਟ੍ਰੈਸਡ ਆਊਟ ਨੇ, ਹੂੰ ਜਿਨ੍ਹਾਂ ਦੇ ਕੰਮ ਔਖੇ ਨੇ, ਹਾਂਜੀ ਜਿਨ੍ਹਾਂ ਦੇ ਰਿਲੇਸ਼ਨਸ਼ਿਪਸ ਔਖੀਆਂ ਨੇ, ਜਾਂ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਮਾਰ ਜ਼ਿਆਦਾ ਪਈ, ਹੂੰ ਉਹਨਾਂ ਦਾ ਜ਼ਿਆਦਾ ਰਿਸਕ ਵੱਧ ਜਾਂਦਾ। ਹੂੰ ਈਵਨ ਕਿਹਾ ਜਾਂਦਾ ਕਿ ਜਿਹੜੇ ਘੱਟ ਪੈਸੇ ਕਮਾਉਂਦੇ ਨੇ, ਹੂੰ ਕਈ ਵਾਰੀ ਜਿਹੜੇ ਇਕਨੋਮਿਕਲੀ ਪੂਅਰ ਸਿਚੁਏਸ਼ਨ 'ਚ ਜੀਂਦੇ ਨੇ, ਉਹਨਾਂ ਨੂੰ ਐਡਿਕਸ਼ਨਸ ਦਾ ਰਿਸਕ ਵੱਧ ਜਾਂਦਾ। ਫਾਈਨੈਂਸ਼ੀਅਲ ਸਟ੍ਰੈਸ ਕਰਕੇ ਫਾਈਨੈਂਸ਼ੀਅਲ ਸਟ੍ਰੈਸ ਕਰਕੇ ਵੀ, ਤੇ ਸੈਕੰਡ ਜਿਵੇਂ ਆਪਾਂ ਬੋਰਡਮ ਦੀ ਗੱਲ ਕਰ ਰਹੇ ਸੀ, ਖੁਸ਼ੀ ਦੀ, ਪਲੇਜ਼ਰ ਸਾਡੀ ਲੋੜ ਆ। ਹੂੰ ਪਲੇ ਕਰਨਾ, ਖੇਡਣਾ, ਸਰੀਰ ਨੂੰ, ਮਨ ਨੂੰ ਚੰਗਾ ਐਂਟਰਟੇਨ ਕਰਨਾ, ਉਹ ਸਾਡੀ ਲੋੜ ਆ। ਜੀ ਤੇ ਅਲਕੋਹਲ ਇੱਕ ਬੜਾ ਆਸਾਨ ਤਰੀਕਾ ਬਣ ਜਾਂਦਾ ਉਹਨੂੰ ਸ਼ਾਰਟ ਟਰਮ ਲਈ ਪੂਰਾ ਕਰਨ ਲਈ। ਹੂੰ ਸੋ ਇਹ ਚੀਜ਼ਾਂ ਨੂੰ ਰੈਕਗਨਾਈਜ਼ ਕਰਨਾ ਬੜਾ ਜ਼ਰੂਰੀ ਆ। ਮੈਡੀਕਲ ਹੈਲਪ ਆਲਵੇਜ਼ ਅਵੇਲੇਬਲ ਆ। ਜੇ ਆਪਣੇ ਫੈਮਿਲੀ ਡਾਕਟਰਸ ਨਾਲ, ਕਾਉਂਸਲਰਸ ਨਾਲ, ਥੈਰੇਪਿਸਟ ਨਾਲ ਸੰਬੰਧ ਕਰਨਾ, ਉਹਨਾਂ ਨੂੰ ਜ਼ਰੂਰ ਇਸ ਬਾਰੇ ਪੁੱਛਣਾ, ਤੇ ਥੈਰੇਪੀ ਲੈਣੀ ਬੜੀ ਚੰਗੀ ਗੱਲ ਆ, ਇਹ ਕੋਈ ਮਾੜੀ ਗੱਲ ਨਹੀਂ। ਜੀ ਤੇ ਉਹ ਰਿਸੋਰਸਿਸ ਹੈਗੇ ਨੇ, ਰੀਹੈਬ ਸੈਂਟਰਸ ਨੇ। ਤੇ ਸੈਕੰਡਲੀ ਇਹ ਮੰਨ ਲੈਣਾ, ਕੁਛ ਗੱਲਾਂ ਮੰਨ ਲੈਣੀਆਂ ਬੜੀਆਂ ਜ਼ਰੂਰੀ ਨੇ ਇੰਡੀਵਿਜੂਅਲ ਲੈਵਲ 'ਤੇ। ਇੱਕ ਤਾਂ ਇਹ ਕਿ ਤੁਹਾਨੂੰ ਖੁਦ ਤੋਂ ਉੱਪਰ ਹੂੰ ਕਿਸੇ ਦੀ ਲੋੜ ਪੈਣੀ ਆ। ਹੂੰ ਉਹ ਤੁਹਾਡੇ ਵਾਸਤੇ ਰੱਬ ਹੋਵੇ, ਕਮਿਊਨਿਟੀ ਹੋਏ, ਨੇਚਰ ਹੋਏ, ਕੁਛ ਵੀ ਹੋਏ। ਜੀ ਵੀ ਨੀਡ ਟੂ ਗੈਟ ਇਨ ਟੱਚ ਵਿਦ ਸਮਬਡੀ ਬਿਗਰ ਦੈਨ ਅਸ, ਜੀ ਕਿਉਂਕਿ ਇਹ ਆਪ ਦੀ ਵਿਲ ਪਾਵਰ ਇਕੱਲੀ ਕੰਮ ਨਹੀਂ ਆਉਣੀ। ਜੀ ਮਾਹੌਲ ਚੇਂਜ ਕਰਨਾ ਪੈਣਾ। ਤੇ ਸੈਕੰਡ, ਬੀ ਪ੍ਰੀਪੇਅਰਡ। ਜਦੋਂ ਕਿਹਾ ਜਾਂਦਾ ਕਿ 28 ਤੋਂ 30 ਦਿਨ ਕੋਈ ਕਿਸੇ ਵੀ ਐਡਿਕਸ਼ਨ ਤੋਂ ਦੂਰ ਕੱਟ ਲਵੇ, ਹਾਂਜੀ ਤੇ ਉਹ ਬ੍ਰੇਨ ਤੇ ਵਿੱਚ ਫਿਰ ਦੁਬਾਰਾ ਚੇਂਜਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਹੂੰ ਉਹਦਾ ਅਸਰ ਖਤਮ ਨਹੀਂ ਹੁੰਦਾ, ਰਿਸਕ ਹਮੇਸ਼ਾ ਹੀ ਰਹੂਗਾ, ਪਰ ਨਵੇਂ ਪਾਥਵੇ, ਨਵੇਂ ਕਨੈਕਸ਼ਨ ਬਣ ਜਾਂਦੇ ਆ ਜਿਹੜੇ ਤੁਹਾਨੂੰ ਹੈਲਪ ਕਰਦੇ ਨੇ। ਉਹੀ ਗੱਲ ਡਾਕਟਰ ਸਾਹਿਬ, ਇੱਕ ਦਿਨ ਦੇ ਵਿੱਚ ਛੁਟਕਾਰਾ ਨਹੀਂ ਹੋਣਾ, ਪਰ ਇੱਕ ਇੱਕ ਦਿਨ ਕਰਕੇ ਛੁਟਕਾਰਾ ਹੋ ਜਾਣਾ। ਬਿਲਕੁਲ। ਹਾਂ ਤੇ ਜਿਵੇਂ ਨਾ ਵਿੱਚ ਪਹਿਲੇ 2 ਹਫ਼ਤੇ ਤਾਂ ਬੰਦਾ ਸੋਚ ਲਵੇ ਵੀ ਔਖੇ ਨਿਕਲਣੇ। ਹੂੰ ਸੋ ਬੀ ਪ੍ਰੀਪੇਅਰਡ ਕਿ ਥੋੜ੍ਹਾ ਜਿਹਾ ਦਰਦ, ਥੋੜ੍ਹੀ ਜਿਹੀ ਮਾਯੂਸੀ, ਥੋੜ੍ਹਾ ਜਿਹਾ ਬੋਰਡਮ ਹੋਊਗਾ, ਹੂੰ ਤੇ ਉਹਨੂੰ ਨਾਰਮਲ ਸਮਝਿਆ ਜਾਏ। ਥੋੜ੍ਹੀ ਵਿਦਡਰਾਅਲ ਹੋਊਗੀ, ਜਿਵੇਂ ਹੋ ਸਕਦਾ ਨੀਂਦ ਨਾ ਆਏ, ਘਬਰਾਹਟ ਹੋਵੇ, ਸਟ੍ਰੈਸ ਲੈਵਲ ਬਹੁਤ ਵੱਧ ਜਾਏ। ਡਿਫਰੈਂਟ ਜਿਸ ਤਰ੍ਹਾਂ ਦੀ ਜਿੰਨੀ ਕਿਸੇ ਨੂੰ ਹੈਬੀਚੁਏਸ਼ਨ ਆ, ਉਸ ਹਿਸਾਬ ਨਾਲ ਉਹਦਾ ਅਸਰ ਹੋ ਸਕਦਾ।
ਪਰ ਸਪੋਰਟ ਲੈਣੀ ਕਈ ਦਵਾਈਆਂ ਵੀ ਨੇ ਜੋ ਹੂੰ ਫੈਮਿਲੀ ਡਾਕਟਰਸ ਜਾਂ ਜਿਹੜੇ ਐਡਿਕਸ਼ਨ ਸਪੈਸ਼ਲਿਸਟ ਨੇ ਉਹਨਾਂ ਦਾ ਸਹਾਰਾ ਲੈ ਸਕਦੇ ਆ। ਜੀ ਪਰ ਜਿਹੜੇ ਮੈਂ ਉਹਨਾਂ ਦੋਸਤਾਂ ਨੂੰ ਜਾਣਦਾ ਜਾਂ ਕਈ ਮੇਰੇ ਜਿਨ੍ਹਾਂ ਤੋਂ ਮੈਂ ਸਿੱਖਦਾ, ਕਈ ਮੈਂਟਰਸ ਨੇ ਜਿਹੜੇ ਪਹਿਲਾਂ ਐਡਿਕਟਡ ਸੀਗੇ ਹੂੰ ਕਿਸੇ ਨਾ ਕਿਸੇ ਚੀਜ਼ ਨੂੰ, ਹੂੰ ਤੇ ਜਿਵੇਂ ਕਿਹਾ ਜਾਂਦਾ ਨਾ ਕਿ ਮਾਡਰਨ ਡੇ ਪ੍ਰੋਫਿਟ ਹੂੰ ਉਹ ਲੋਕ ਨੇ, ਉਹਨਾਂ ਹੂੰ ਤੋਂ ਸਿੱਖਣ ਨੂੰ ਬਹੁਤ ਕੁਛ ਆ। ਜੀ ਸੋ ਇਸ ਦੀ ਸਪੋਰਟ ਕਰਨੀ ਤੇ ਕਮਿਊਨਿਟੀ ਬੇਸਡ ਉਸ ਚੀਜ਼ ਨੂੰ ਪੂਰਾ ਮਾਹੌਲ ਚੇਂਜ ਕਰਨਾ, ਜਿਹੜੀਆਂ ਚੰਗੀਆਂ ਚੀਜ਼ਾਂ ਨੇ ਐਕਸਰਸਾਈਜ਼, ਨੇਚਰ, ਤੇ ਆਪਣੇ ਆਪ ਨੂੰ ਬੋਰ ਹੋਣ ਤੋਂ ਬਚਾਉਣ ਲਈ ਹਾਂਜੀ ਕਈ ਹੋਰ ਸ਼ੌਕ ਪੈਦਾ ਕਰਨੇ, ਹੂੰ ਉਹ ਬੜੇ ਜ਼ਰੂਰੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ ਯੂ ਵਿਜੇ।